ਇਹ ਡਰਾ ਕੇ ਬੰਦਿਆਂ ਨੂੰ ਕਿ ਤਾਂ ਕਿ ਤੁਹਾਡੇ ਨਾਲ ਇੱਕ ਤਬਕਾ ਤੁਹਾਡੇ ਨਾਲ ਜੁੜ ਜੇ, ਦੂਜੇ ਤਬਕੇ ਦੇ ਅਗੇਂਸਟ ਹੋ ਜੇ, ਇਹ ਪੋਲਿਟਿਕਸ ਚੱਲ ਰਹੀ ਹੈ। 50 ਕਿਲੋਮੀਟਰ ਦੇ ਅੰਦਰ ਜਿਹੜੇ ਕਿ ਤਕਰੀਬਨ ਸਾਰਾ ਮਾਝਾ ਔਰ ਨਿਚਲਾ ਹਿੱਸਾ ਮਾਲਵੇ ਦਾ ਆ ਜਾਂਦਾ ਹੈ, ਉਹਦੇ ਵਿੱਚ ਕਿਤੇ ਵੀ ਇਹ ਆ ਕੇ ਰੇਡ ਮਾਰ ਸਕਦੇ ਹੈ BSF ਵਾਲੇ। ਔਰ ਜੇ ਕਹਿਣ ਨਹੀਂ ਜੀ ਸਾਡੇ ਕੋਲ ਇਨਫੋਰਮੇਸ਼ਨ ਹੈ, ਇਸ ਪਿੰਡ ਦੇ ਵਿੱਚ ਹਥਿਆਰ ਆਏ ਨੇ, ਤੁਸੀਂ ਉਹਦੇ ਘੇਰਾ ਪਾ ਲਓ, ਉੱਥੇ ਬੰਦਿਆਂ ਦੇ ਘਰਾਂ 'ਚ ਤੁਸੀਂ ਸਰਚ ਸ਼ੁਰੂ ਕਰ ਦਿਓ ਕਿ ਨਹੀਂ ਅਸੀਂ ਤਾਂ ਘਰ ਘਰ 'ਚ ਦੇਖਣਾ ਹੈ, ਇੱਥੇ ਹਥਿਆਰ ਆਏ ਨੇ। ਤੇ ਇਹ ਤਾਂ ਉਹੀ ਮਾਹੌਲ ਦੁਆਰਾ ਬਣਦਾ ਜਾਂਦਾ ਜਿਹੜਾ 1984-85 ਬਲੂ ਸਟਾਰ ਦੇ ਬਾਅਦ ਸੀਗਾ ਕਿ ਜੋ ਮਰਜ਼ੀ ਆ ਹੋਈ ਜਾਵੇ। ਕਿਸਾਨਾਂ ਨੇ ਜਿਹੜਾ ਹੁਣ ਜ਼ੋਰ ਹੈ ਉਹ UP ਤੇ ਪਾਉਣਾ ਹੈ। ਬਿਲਕੁਲ। ਸੋ ਉਹਨਾਂ ਨੂੰ ਪਤਾ ਹੈ ਕਿ ਇੱਥੇ ਜੇ ਦੱਬੋ ਤਾਂ ਇਹਦਾ ਅਸਰ BJP ਤੇ ਪੈਂਦਾ ਹੈ। ਜੇ ਇਹਨਾਂ ਦੇ ਏਰੀਏ 'ਚ ਰਹਿੰਦਾ ਸੀ ਜਿੱਥੇ ਨਿਹੰਗ ਨੇ ਤਾਂ ਨਿਹੰਗੀ ਦੱਸਣ ਕਿ ਕਿਉਂ ਰੱਖਿਆ, ਫਿਰ ਦੱਸਣ ਕਿ ਐਵੇਂ ਚੱਕ ਕੇ ਉਹ ਗ੍ਰੰਥ ਸਾਹਿਬ ਕਿਵੇਂ ਭੱਜ ਗਏ ਇੰਨੀ ਜਲਦੀ। ਹੁਣ ਆ ਜਿਹੜਾ 50 ਕਿਲੋਮੀਟਰ ਵਾਲਾ ਹੋ ਗਿਆ, ਹੁਣ ਚੰਨੀ ਸਾਹਿਬ ਤੇ ਉਂਗਲ ਉੱਠ ਗਈ ਕਿ ਤੁਹਾਨੂੰ ਜਾ ਕੇ ਕਹਿਣ ਦੀ ਅਮਿਤ ਸ਼ਾਹ ਨੂੰ ਕੀ ਲੋੜ ਸੀ ਕਿ ਪੰਜਾਬ ਦੀ ਸੁਰੱਖਿਆ ਲਈ ਉਹ ਜੀ ਬਾਰਡਰ ਨੂੰ ਤਕੜਾ ਕਰੋ, ਤੁਸੀਂ ਆਪਣੇ ਹੱਥ ਆਪੇ ਕਟਵਾ ਲਏ। ਦੇਸ਼ ਪ੍ਰਦੇਸ਼ TV ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਅਨੂਜਾ ਸ਼ਰਮਾ ਤੇ ਅੱਜ ਸਵੇਰੇ ਇੱਕ ਘਟਨਾ ਜਿਹੜੀ ਮੰਦਭਾਗੀ ਵਾਪਰੀ ਸਿੰਘੂ ਬਾਰਡਰ ਤੇ ਕਿ ਨਿਹੰਗ ਸਿੱਖਾਂ ਨੇ ਇੱਕ ਬੰਦੇ ਨੂੰ ਉਹਦਾ ਹੱਥ ਕੱਟ ਕੇ ਪੈਰ ਕੱਟ ਕੇ ਉਹਦੀ ਹੱਤਿਆ ਕਰ ਦਿੱਤੀ ਤੇ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ ਨੇ। ਜੇਕਰ ਸੰਯੁਕਤ ਕਿਸਾਨ ਮੋਰਚੇ ਦੀ ਗੱਲ ਕਰੀਏ, ਉਹਨਾਂ ਨੇ ਵੀ ਇਹਦੀ ਨਿਖੇਧੀ ਕੀਤੀ ਹੈ। ਇਹਦੇ ਬਾਰੇ ਵਿਚਾਰ ਚਰਚਾ ਕਰਾਂਗੇ। ਸਾਡੇ ਨਾਲ ਮੌਜੂਦ ਨੇ KC ਸਿੰਘ ਜੀ, ਜਿਹੜੇ ਅੰਬੈਸਡਰ ਰਹਿ ਚੁੱਕੇ ਨੇ ਈਰਾਨ ਵਾਸਤੇ ਵੀ ਭਾਰਤ ਤੋਂ, ਤੇ ਹੋਰ ਵੱਖ-ਵੱਖ ਦੇਸ਼ਾਂ ਵਾਸਤੇ ਰਹਿ ਚੁੱਕੇ ਨੇ। ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਨਾਲ ਦੇਖਦੇ ਨੇ ਜਿਹੜੀ ਇਹ ਮੰਦਭਾਗੀ ਘਟਨਾ ਵਾਪਰੀ ਹੈਗੀ ਹੈ। KC ਸਾਹਿਬ, ਜੇਕਰ ਗੱਲ ਕਰੀਏ, ਇਹ ਨਿਹੰਗ ਸਿੱਖਾਂ ਵੱਲੋਂ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਪਟਿਆਲੇ ਦੇ ਵਿੱਚ ਇੰਸਪੈਕਟਰ ਦਾ ਹੱਥ ਕੱਟਿਆ ਗਿਆ ਸੀਗਾ, ਉਸ ਤੋਂ ਬਾਅਦ ਅੱਜ ਇਹ ਘਟਨਾ ਵਾਪਰਨੀ, ਉਹ ਵੀ ਸਿੰਘੂ ਬਾਰਡਰ ਤੇ ਜਿੱਥੇ ਇੰਨੇ ਚਿਰ ਤੋਂ ਅੰਦੋਲਨ ਚੱਲ ਰਿਹਾ ਆ, ਸ਼ਾਂਤਮਈ ਅੰਦੋਲਨ ਚੱਲ ਰਿਹਾ ਆ। ਕਿਸ ਤਰੀਕੇ ਨਾਲ ਦੇਖਦੇ ਹੋ ਇਹ ਸਾਰੀ ਘਟਨਾ ਨੂੰ? ਦੇਖੋ, ਸਾਰਿਆਂ ਤੋਂ ਪਹਿਲਾਂ ਤਾਂ ਇਹਦੀ ਨਿੰਦਾ ਕਰਨੀ ਚਾਹੀਦੀ ਹੈ, ਮੈਂ ਕੀਤੀ ਵੀ ਹੈ ਟਵਿੱਟਰ ਤੇ ਜੀ, ਔਰ ਇਹ ਕਿਹਾ ਕਿ ਕਾਨੂੰਨ ਆਪਣੇ ਹੱਥ 'ਚ ਲੈਣ ਦਾ ਕੋਈ ਮਤਲਬ ਨਹੀਂ ਬਣਦਾ। ਔਰ ਇਹੋ ਜਿਹੇ ਕਦਮ ਚੱਕਣਾ ਜਿਹੜੇ ਤੁਹਾਨੂੰ ਅਲ-ਕਾਇਦਾ ਦੀ ਤਰ੍ਹਾਂ ਜਾਂ ISIS ਦੀ ਤਰ੍ਹਾਂ ਜਾਂ ਪਾਕਿਸਤਾਨ ਦੇ ਵਿੱਚ ਲਿੰਚਿੰਗ ਕਰ ਦਿੰਦੇ ਹੈ, ਜੇ ਉਹਦੇ ਨਾਲ ਤੁਸੀਂ ਸਿੱਖਾਂ ਨੂੰ ਜੋੜੋਗੇ ਤਾਂ ਇਹ ਤਾਂ ਫਿਰ ਸਾਰੀ ਦੁਨੀਆ 'ਚ ਮੈਸੇਜ ਆਏਗਾ। ਸਾਡੀ ਸਿੱਖ ਭਾਈਚਾਰਾ ਸਾਰੀ ਦੁਨੀਆ ਵਿੱਚ ਹੈਗਾ, ਉਹਨਾਂ ਦੇ ਬਾਰੇ ਉੱਥੋਂ ਦੇ ਬੰਦੇ ਕੀ ਸੋਚਣਗੇ ਕਿ ਇਹਨਾਂ ਤੇ ਤਾਲਿਬਾਨ ਦੇ ਵਿੱਚ ਕੀ ਫਰਕ ਹੈ, ਇਹਨਾਂ ਤੇ ISIS ਦੇ ਵਿੱਚ ਕੀ ਫਰਕ ਹੈ। ਤਾਂ ਇਸ ਕਰਕੇ ਇਹ ਜੋ ਬੇਅਦਬੀ ਦਾ ਮੁੱਦਾ ਹੈ, ਮੈਨੂੰ ਪਤਾ ਹੈ ਕਿ ਉਹ ਐਸਾ ਮੁੱਦਾ ਹੈ ਜਿਹੜਾ ਆਲਰੇਡੀ ਪੰਜਾਬ 'ਚ ਭੜਕਿਆ ਹੋਇਆ ਹੈ। ਤਾਂ ਉਸ ਮੁੱਦੇ ਨੂੰ ਲੈ ਕੇ ਇਹ ਵੀ ਕਹਿਣਾ ਮੁਸ਼ਕਿਲ ਹੁੰਦਾ ਹੈ ਕਿ ਉਸ ਬੰਦੇ ਨੂੰ ਕੋਈ ਪਨਿਸ਼ਮੈਂਟ ਨਾ ਮਿਲਦੀ। ਲੇਕਿਨ ਕਾਨੂੰਨ, ਜਿਵੇਂ SKM ਨੇ ਕਹਿ ਦਿੱਤਾ ਹੈ ਕਿ ਕਾਨੂੰਨ ਆਪਣੇ ਹੱਥ 'ਚ ਲੈਣਾ, ਇਹ ਤਾਂ ਸੰਵਿਧਾਨਿਕ ਨਹੀਂ ਹੈ, ਰੂਲ ਆਫ ਲਾਅ ਦੇ ਮੁਤਾਬਕ ਨਹੀਂ ਹੈ। ਉਹਨੂੰ ਫੜ ਲੈਂਦੇ, ਫੜ ਕੇ ਉਹਦਾ ਕੇਸ ਬਣਦਾ, ਉਹਦੀ ਇੰਟੈਰੋਗੇਸ਼ਨ ਹੋਣੀ ਚਾਹੀਦੀ ਸੀ, ਪਤਾ ਲੱਗਣਾ ਚਾਹੀਦਾ ਸੀਗਾ। ਹੁਣ ਜਦ ਮਾਰ ਹੀ ਦਿੱਤਾ, ਉਹ ਜੋ ਮਰਜ਼ੀ ਕਹਾ ਲਓ, ਜਦ ਬੰਦਾ ਮਰ ਰਿਹਾ ਤਾਂ ਕੀ ਨਹੀਂ ਕਹੂਗਾ ਆਪਣੀ ਜਾਨ ਬਚਾਉਣ ਲਈ? ਕੌਣ ਮੰਨੇਗਾ ਕਿ ਜੋ ਕੁਛ ਉਹਨੇ ਕਿਹਾ ਉਹ ਸੱਚ ਸੀਗਾ? ਇਨਵੈਸਟੀਗੇਸ਼ਨ ਪੂਰੀ ਹੁੰਦੀ, ਜੇ ਉਹ ਜਿਉਂਦਾ ਹੁੰਦਾ, ਕਿੱਥੋਂ ਆਇਆ, ਪੁਲਿਸ ਉੱਥੇ ਜਾ ਕੇ ਪਤਾ ਕਰਦੀ ਇਹ ਕਿਹਨੂੰ ਮਿਲਿਆ ਸੀ ਆਉਣ ਤੋਂ ਪਹਿਲਾਂ, ਉਸ ਤੋਂ ਸਾਰੀ ਕਹਾਣੀ ਨਿਕਲ ਸਕਦੀ ਸੀ। ਉੱਥੇ ਸਬੂਤ ਹੀ ਖਤਮ ਕਰਤੇ ਬੰਦੇ ਨੂੰ ਮਾਰ ਕੇ। ਤਾਂ ਇਸ ਕਰਕੇ ਬਿਲਕੁਲ ਮੈਂ ਸਮਝਦਾ ਇਸ ਤਰ੍ਹਾਂ ਦਾ ਜ਼ਾਲਿਮ ਐਕਸ਼ਨ ਕਦਮ ਚੱਕਣਾ ਇਹ ਸਿੱਖੀ ਦੇ ਖਿਲਾਫ ਹੈ। ਮੇਰੇ ਖਿਆਲ ਗੁਰੂਆਂ ਦੇ ਜੋ ਸਾਨੂੰ ਗੁਰੂ ਸਿਖਾ ਕੇ ਗਏ ਉਹਦੇ ਖਿਲਾਫ ਹੈ। ਤੁਸੀਂ ਇਸ ਤਰੀਕੇ ਨਾਲ ਬੰਦੇ ਨੂੰ ਫੜ ਕੇ ਉਹਦੀ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿਓ ਅਤੇ ਉੱਤੋਂ ਇਹ ਅੰਦੋਲਨ ਨੂੰ ਝਟਕਾ ਦੇ ਰਿਹਾ ਸੀ। ਜਿਹੜੀ ਸੋਚਣ ਵਾਲੀ ਗੱਲ ਹੈ ਕਿ ਇਹਦਾ ਅੰਦੋਲਨ ਤੇ ਅੱਜ ਜਿਹੜੇ ਸਰਕਾਰ ਪੱਖੀ ਮੀਡੀਆ ਦੇ ਵਿੱਚ ਲੋਕ ਨੇ ਉਹ ਇੱਕਦਮ ਲਲਕਾਰ ਕੇ ਬੋਲ ਰਹੇ ਆ, ਦੇਖਿਆ ਅਸੀਂ ਤਾਂ ਹੀ ਕਹਿੰਦੇ ਸੀ ਅੰਦੋਲਨ ਨਹੀਂ ਚਲਾਉਣਾ ਚਾਹੀਦਾ। ਅੰਦੋਲਨ ਦੇਖੋ ਜੀ ਇਹਦਾ ਕੀ ਨਤੀਜਾ ਨਿਕਲਿਆ, ਤੁਸੀਂ ਕਿਵੇਂ ਨਹੀਂ ਕੰਟਰੋਲ ਕਰ ਰਹੇ ਉਹਨਾਂ ਨੂੰ, ਬੰਦਿਆਂ ਨੂੰ। ਹੁਣ ਉਹਨਾਂ ਨੇ ਸਮਝਾਇਆ ਕਿ ਇਹ ਸਾਡੇ ਵਿੱਚ ਨਹੀਂ ਹੈਗੇ, ਇੱਕ ਪਾਸੇ ਆ ਕੇ ਇਹਨਾਂ ਨੇ ਆਪਣਾ ਅਖਾੜਾ ਬਣਾਇਆ ਹੋਇਆ ਅਤੇ ਉਹਦੇ ਵਿੱਚ ਜੇ ਉਹਨਾਂ ਨੂੰ ਕਹਿੰਦੇ ਆ ਜਾਣ ਨੂੰ, ਕਿਸਾਨਾਂ ਕੋਲ ਤਾਂ ਕੋਈ ਪੁਲਿਸ ਫੋਰਸ ਹੈ ਨਹੀਂ, ਉਹਨਾਂ ਨੂੰ ਭੇਜ ਦੇਣ, ਕਿਉਂਕਿ ਅੰਦੋਲਨ ਕੋਈ ਵੀ ਹੁੰਦਾ ਹੈ ਉਹਦੇ 'ਚ ਕੋਈ ਵੀ ਜੁੜ ਜਾਂਦਾ। ਦੇਖੋ ਹੁਣ ਚੌੜੀ ਚਾੜਾ ਹੋਇਆ ਸੀ ਜਦ ਗਾਂਧੀ ਜੀ ਦਾ, ਅਤੇ ਉਹਦੇ ਵਿੱਚ ਗਾਂਧੀ ਜੀ ਵੀ ਨਹੀਂ ਸੀ ਰੋਕ ਸਕੇ, ਉਹਨਾਂ ਜਾ ਕੇ ਪੁਲਿਸ ਵਾਲਿਆਂ ਨੂੰ ਸਾੜਤਾ। ਉਹਦੇ ਬਾਅਦ ਗਾਂਧੀ ਜੀ ਨੇ ਅੰਦੋਲਨ ਵਾਪਸ ਲੈ ਲਿਆ, ਲੇਕਿਨ ਉਹਨਾਂ ਨੇ ਇਹ ਤਾਂ ਨਹੀਂ ਸੀ ਕਿਹਾ ਕਿ ਅਸੀਂ ਅੰਗਰੇਜ਼ ਦੀ ਸਰਕਾਰ ਦੇ ਨਾਲ ਹੁਣ ਕੋਈ ਅੰਦੋਲਨ ਨਹੀਂ ਕਰਾਂਗੇ। ਤਾਂ ਉਹ ਗਾਂਧੀ ਜੀ ਦਾ ਤਰੀਕਾ ਸੀਗਾ। ਇਹਦੇ ਵਿੱਚ ਦੇਖੋ 3-4 ਗੱਲਾਂ ਹੋਈਆਂ। ਇਹਦੇ ਆਉਣ ਨਾਲ ਇੱਕਦਮ ਨਿਗਾਹ ਜਿਹੜੀ 50 ਕਿਲੋਮੀਟਰ ਪੰਜਾਬ ਦੇ ਵਿੱਚ ਵਧਾਇਆ BSF ਦਾ ਕੰਟਰੋਲ, ਉਸ ਤੋਂ ਨਿਗਾਹ ਹਟ ਗਈ ਹੈ। ਫਿਰ ਇਹ ਤੋਂ ਪਹਿਲਾਂ ਜਿਹੜਾ ਉਹ ਚੱਲ ਰਿਹਾ ਉਹਦੀ ਕੋਈ ਗੱਲ ਨਹੀਂ ਕਰਦਾ। ਕਹਿੰਦੇ ਦੇਖੋ ਜੀ ਕਿੰਨਾ ਬੁਰਾ ਇਹ ਕੰਮ ਕੀਤਾ। ਜਿਹੜੇ ਇੱਕ ਮਿਨਿਸਟਰ ਦੇ ਮੁੰਡੇ ਨੇ ਲਤੜ ਕੇ ਕਿਸਾਨ ਮਾਰੇ ਨੇ, ਉਹ ਬੁਰਾ ਨਹੀਂ ਹੈ?
ਬਿਲਕੁਲ। ਤੋ ਇਸ ਕਰਕੇ ਇਹਨਾਂ 'ਚ ਕੋਈ ਤੁਲਨਾ ਨਹੀਂ ਕੀਤੀ ਜਾਂਦੀ ਕਿ ਇੱਕ ਜ਼ਿਆਦਾ ਬੁਰਾ ਇੱਕ ਘੱਟ ਬੁਰਾ, ਸਾਰੇ ਬੁਰੇ ਹੈ। ਲੇਕਿਨ ਇਹਨੂੰ ਅੰਦੋਲਨ ਨਾਲ ਨਹੀਂ ਜੋੜਨਾ ਚਾਹੀਦਾ, ਜਦ ਕਿ ਐਸਕੇਐਮ ਨੇ ਨਿਕਲ ਕੇ ਇੱਕਦਮ ਕਹਿ ਦਿੱਤਾ ਕਿ ਅਸੀਂ ਨਾਲ ਜੁੜੇ ਨਹੀਂ ਹੋਏ, ਕਾਨੂੰਨ ਆਪਣਾ ਕੰਮ ਕਰੇ, ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜੇ, ਤੇ ਅੰਦੋਲਨ ਨੂੰ ਆਪਣੇ ਆਪ ਨੂੰ ਇਸ ਤੋਂ ਅਲੱਗ ਕਰ ਲਿਆ। ਬਿਲਕੁਲ ਸਿੰਘ ਸਾਹਿਬ, ਜੇਕਰ ਗੱਲ ਕਰੀਏ ਅਸੀਂ 50 ਕਿਲੋਮੀਟਰ ਜਿਹੜੇ BSF ਦੇ ਦਾਇਰੇ 'ਚ ਵਧਾਏ ਗਏ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ, ਲੇਕਿਨ ਪਹਿਲਾਂ ਇੱਕ ਸਵਾਲ ਬਹੁਤ ਵੱਡਾ ਉੱਠਦਾ ਆ ਕਿ ਜਿਸ ਵਕਤ ਅਸੀਂ ਦੇਖਦੇ ਹਾਂ ਕਿ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਕਿਤੇ ਨਾ ਕਿਤੇ ਅਗਰ ਅਸੀਂ ਗੱਲ ਕਰੀਏ ਕਿਸੇ ਧਰਮ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ, ਲੇਕਿਨ ਫਿਰ ਵੀ ਕਿਤੇ ਨਾ ਕਿਤੇ ਅੱਜ ਜਿਹੜਾ ਇਨਸਾਨ ਹੈਗਾ ਆ ਧਰਮ ਦੇ ਪੱਧਰ ਤੋਂ ਜਲਦੀ ਲੋਕਾਂ ਦੇ ਜਿਹੜਾ ਫੇਥ ਹੈਗਾ ਉਹ ਤੇ ਢਾਹ ਜਲਦੀ ਨਹੀਂ ਲੱਗ ਜਾਂਦੀ, ਲੋਕਾਂ ਦੇ ਧਰਮ ਨੂੰ ਜਲਦੀ ਇਦਾਂ ਲੱਗ ਜਾਂਦਾ ਹੈ ਕਿ ਕਿਸੇ ਨੂੰ ਠੇਸ ਪਹੁੰਚਾਉਣ ਦੀ ਗੱਲ ਕੀਤੀ ਜਾ ਰਹੀ ਹੈ। ਇਹ ਕਿਉਂ ਜ਼ਿਆਦਾ ਚੀਜ਼ ਉੱਭਰਦੀ ਆ ਰਹੀ ਹੈ ਲੋਕਾਂ ਦੇ ਵਿੱਚ? ਦੇਖੋ, ਬਦਕਿਸਮਤੀ ਇਹ ਹੈ ਕਿ ਕਈ ਪਾਰਟੀਆਂ ਹਿੰਦੁਸਤਾਨ ਦੇ ਵਿੱਚ ਨੇ ਜਿਹੜੀਆਂ ਧਰਮ ਨੂੰ ਵਰਤ ਕੇ, ਕਈ ਨੇ ਜਿਹੜੀਆਂ ਜਾਤ ਨੂੰ ਵਰਤ ਕੇ, ਉਹਦੇ ਨਾਲ ਆਪਣੇ ਗੁੱਟਾਂ ਨੂੰ ਇਕੱਠੇ ਕਰਕੇ ਇੱਕ ਨੂੰ ਦੂਜੇ ਨਾਲੋਂ ਤੋੜ ਕੇ ਉਹ ਰਾਜਨੀਤੀ ਹੋ ਰਹੀ ਹੈ। ਜਦ ਦਾ ਉਹ ਮੰਡਲਾਈਜੇਸ਼ਨ ਹੋਈ ਹੈ ਇੰਡੀਅਨ ਪੋਲਿਟਿਕਸ ਦੀ, ਉਹ ਬੀਜੇਪੀ ਦੇ ਆਉਣ ਨਾਲ ਕਮਿਊਨਲਾਈਜੇਸ਼ਨ ਹੋਈ ਹੈ, ਮੈਜੋਰਿਟੇਰੀਅਨਿਜ਼ਮ ਜਿਹਨੂੰ ਇਹਨੇ ਕਹਿੰਦੇ ਆ, ਤੇ ਇਹ ਪੋਲਿਟਿਕਸ ਹੁਣ ਸਭ ਨੂੰ ਜੋੜ ਕੇ ਅੱਗੇ ਲਿਆ ਕੇ ਮੁੱਦਿਆਂ ਦੇ ਵਾਲੀ ਪੋਲਿਟਿਕਸ ਨਹੀਂ ਬਚੀ। ਇਹ ਡਰਾ ਕੇ ਬੰਦਿਆਂ ਨੂੰ ਕਿ ਤਾਂ ਕਿ ਤੁਹਾਡੇ ਨਾਲ ਇੱਕ ਤਬਕਾ ਤੁਹਾਡੇ ਨਾਲ ਜੁੜ ਜੇ, ਦੂਜੇ ਤਬਕੇ ਦੇ ਅਗੇਂਸਟ ਹੋ ਜੇ, ਇਹ ਪੋਲਿਟਿਕਸ ਚੱਲ ਰਹੀ ਹੈ। ਵਿੱਚ ਆਇਆ ਕਿਸਾਨਾਂ ਦਾ ਅੰਦੋਲਨ। ਹੁਣ ਉਹ ਕਿਸਾਨਾਂ ਦਾ ਅੰਦੋਲਨ ਬੀਜੇਪੀ ਨੂੰ ਪੰਜਾਬ 'ਚ ਤਾਂ ਤੰਗ ਕਰ ਹੀ ਰਿਹਾ, ਉਹ ਯੂਪੀ 'ਚ ਵੀ ਤੰਗ ਕਰ ਰਿਹਾ। ਹੁਣ ਇਹ ਦੇਖੋ 50 ਕਿਲੋਮੀਟਰ ਵਾਲਾ ਕਿਉਂ ਪੰਜਾਬ 'ਚ, ਵੈਸਟ ਬੰਗਾਲ 'ਚ, ਅਸਾਮ 'ਚ ਤਾਂ ਪਹਿਲਾਂ ਹੀ ਇਹਨਾਂ ਦੀ ਸਰਕਾਰ ਹੈ ਉੱਥੇ, ਰਾਜਸਥਾਨ ਵੀ ਨਾਲ ਕਰ ਦਿੱਤਾ, ਲੇਕਿਨ ਪੰਜਾਬ ਔਰ ਵੈਸਟ ਬੰਗਾਲ ਕਿਉਂ ਇਹ ਜ਼ਰੂਰੀ ਹੈ? ਤੁਸੀਂ ਅਸਾਮ ਦੀ ਸਰਕਾਰ ਪਹਿਲਾਂ ਹੀ ਜਿਹੜੇ ਮੁਸਲਮਾਨ ਬੈਠੇ ਨਹੀਂ ਜੀ, ਤੁਸੀਂ ਗਲਤ ਜ਼ਮੀਨਾਂ ਤੇ ਬੈਠੇ ਆ, ਉਹਨਾਂ ਨੂੰ ਚੱਕਣ ਲੱਗੇ ਹੋਏ ਆ, ਸੋ ਤਣਾਅ ਵਧਾ ਰਹੇ ਆ ਹਿੰਦੂ ਮੁਸਲਮਾਨ ਦੇ ਵਿੱਚ। ਹੁਣ ਜੇ BSF 50 ਕਿਲੋਮੀਟਰ ਵੈਸਟ ਬੰਗਾਲ ਦੇ ਅੰਦਰ ਆਊਗੀ, ਉਹ ਵੀ ਰੇਡ ਮਾਰਨਗੇ, ਕਹਿਣਗੇ ਜੀ ਇੱਥੇ ਆਤੰਕਵਾਦੀ ਹੈ, ਫਲਾਣਾ ਹੈ, ਫਿਰ ਤਣਾਅ ਵਧੂਗਾ, ਹਿੰਦੂ ਮੁਸਲਮਾਨ ਦੇ ਵਿੱਚ ਵਧੂਗਾ। ਪੰਜਾਬ ਦੇ ਵਿੱਚ ਜੋ ਹੋ ਰਿਹਾ ਹੈ ਉਹਦੇ ਨਾਲ ਜੇ ਤੁਸੀਂ ਅੰਦਰ ਆ ਕੇ ਲੋਕਾਂ ਨੂੰ ਚੱਕਣਾ ਸ਼ੁਰੂ ਕਰ ਦਿਓ 50 ਕਿਲੋਮੀਟਰ ਦੇ ਵਿੱਚ, ਜਦ ਕਿ BSF ਦੀ ਕੋਈ ਟ੍ਰੇਨਿੰਗ ਨਹੀਂ ਹੈ, ਕੋਈ ਉਹਨਾਂ ਦਾ ਹਮੇਸ਼ਾ ਇਹਨਾਂ ਦਾ ਰੋਲ ਨਹੀਂ ਰਿਹਾ ਕਿ ਇਹ ਸਿਰਫ ਬਾਰਡਰ ਨੂੰ ਕੰਟਰੋਲ ਕਰਦੇ ਆ। ਕੋਈ ਭੱਜ ਕੇ ਆ ਰਿਹਾ ਉਹਨੂੰ ਗੋਲੀ ਮਾਰਨਗੇ ਜਾਂ ਫੜ ਲੈਣਗੇ। ਤੇ ਇਹਨਾਂ ਨੂੰ ਇਨਵੈਸਟੀਗੇਸ਼ਨ ਜਿਹੜੀ ਪੁਲਿਸ ਕਰਦੀ ਹੈ, ਇੰਟੈਲੀਜੈਂਸ ਜਿਹੜੀ ਹੁੰਦੀ ਹੈ ਪੁਲਿਸ ਦੇ ਕੋਲ, ਉਹਨਾਂ ਨੂੰ ਪਤਾ ਹੁੰਦਾ ਜਿਹੜੀ ਉੱਥੋਂ ਦੀ ਪੁਲਿਸ ਹੋਵੇ ਕਿਹੜੇ ਬੰਦੇ ਇਹਦੇ ਨਾਲ ਜੁੜੇ ਹੋਏ ਆ, ਕੌਣ ਕਿਹਦੇ ਨਾਲ ਹੈ। ਤਾਂ ਉਸ 'ਚ ਜੇ ਤੁਸੀਂ BSF ਨੂੰ ਇਹ ਦੇ ਦੋਗੇ, ਪੰਜਾਬ 'ਚ ਵੀ ਤਣਾਅ ਵਧਾਓਗੇ ਜਿਵੇਂ ਅੱਗੇ ਵੱਧਦਾ ਰਿਹਾ। ਸੋ ਇਸ ਕਰਕੇ ਇਹ ਜਿਹੜੀ ਪੋਲਿਟਿਕਸ ਹੈ, ਇਹ ਦੇਖੋ ਸਾਰੇ ਮੁੱਦੇ ਪੋਲਿਟਿਕਸ ਨਾਲ ਜੁੜੇ ਹੋਏ ਨੇ। ਔਰ ਇਹ ਬੜੀ ਅਫਸੋਸ ਦੀ ਗੱਲ ਹੈ ਕਿ ਇਸ ਵੇਲੇ ਜਿਹੜੀਆਂ 3 ਵੱਡੀਆਂ ਪਾਰਟੀਆਂ ਨੇ ਉਹ ਵੀ ਆਪਣੇ ਸਿਆਸੀ ਪਰੌਂਠੇ ਸੇਕਣ ਲੱਗੀਆਂ ਹੋਈਆਂ। ਇੱਕ ਦੇ ਵਿੱਚ ਤਾਂ ਦੇਖੋ ਕੈਪਟਨ ਸਾਹਿਬ ਨੇ ਵੀ ਇੱਕ ਤਰ੍ਹਾਂ 50 ਕਿਲੋਮੀਟਰ ਵਾਲੇ ਦਾ ਹੰਗਾਰਾ ਭਰਿਆ, ਉਹ BJP ਵਾਲੀ ਸਾਈਡ ਚਲੇ ਗਏ ਨੇ। ਉਹਦੇ 'ਚ ਮੁੱਦਾ ਇਹ ਉੱਠਦਾ ਜੇ ਕੈਪਟਨ ਸਾਹਿਬ ਨੂੰ ਇਹ ਲੱਗਦਾ ਸੀਗਾ ਕਿ ਇੱਥੇ ਲਾਅ ਐਂਡ ਆਰਡਰ ਦੀ ਜਿਹੜੀ ਹਾਲਾਤ ਹੈ ਪੰਜਾਬ ਦੀ ਠੀਕ ਨਹੀਂ ਹੈ, ਤਾਂ 1.5 ਮਹੀਨਾ ਪਹਿਲਾਂ ਜਦੋਂ ਚੀਫ ਮਿਨਿਸਟਰ ਸੀ ਉਦੋਂ ਚਿੱਠੀ ਕਿਉਂ ਨਾ ਪਾਤੀ ਉਹਨਾਂ ਨੇ? ਉਦੋਂ ਅਮਿਤ ਸ਼ਾਹ ਨੂੰ ਚਿੱਠੀ ਕਿਉਂ ਨਾ ਪਾਤੀ ਕਿ ਜੀ ਮੇਰੀ ਪੁਲਿਸ ਤੋਂ ਇੱਥੇ ਕੰਟਰੋਲ ਨਹੀਂ ਹੁੰਦਾ, ਤੁਸੀਂ 50 ਕਿਲੋਮੀਟਰ BSF ਨੂੰ ਕਰ ਦਿਓ। ਸੋ ਇਸ ਕਰਕੇ ਜੋ ਉਹਨੂੰ ਇੰਨਾ ਪਸੰਦ ਸੀ ਕਿ BSF ਕੰਟਰੋਲ ਕਰੇ, ਤਾਂ ਉਸ ਵੇਲੇ ਹੱਥ ਖੜੇ ਕਰ ਦਿੰਦੇ। ਉਹਨਾਂ ਦਾ ਜਿਹੜਾ DGP ਸੀ ਪਹਿਲਾਂ ਇੰਟੈਲੀਜੈਂਸ ਬਿਊਰੋ 'ਚ ਰਹਿ ਕੇ ਆਇਆ ਹੈ, ਉਹਦੇ ਆਪਣੇ ਅੱਛੇ ਤਾਲੁਕਾਤ ਸੀ NSA ਵਗੈਰਾ ਨਾਲ, ਪਰ ਉਦੋਂ ਤਾਂ ਕਿਹਾ ਨਹੀਂ। ਜਦ ਇਹਦੇ ਕੋਲ ਗੱਦੀ ਨਾ ਰਹੇ, ਹੁਣ ਤੇ ਇਸਕੋ ਵਾਹ ਇਹ ਤਾਂ ਬਹੁਤ ਚੰਗਾ ਕੰਮ ਹੋਇਆ। ਬਿਲਕੁਲ ਸਿੰਘ ਸਾਹਿਬ, ਇੱਥੇ ਨਾ ਇੱਕ ਹੋਰ ਸਵਾਲ ਆਉਂਦਾ ਹੈ ਜਿਸ ਵਕਤ ਅਸੀਂ ਆਮ ਜਨਤਾ ਦੇ ਨਾਲ ਗੱਲ ਕਰਦੇ ਹਾਂ, ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ 15 ਕਿਲੋਮੀਟਰ ਤੋਂ ਵਧਾ ਕੇ ਦਾਇਰਾ ਜਿਹੜਾ 50 ਕਿਲੋਮੀਟਰ ਦਾ ਕਰ ਦਿੱਤਾ ਗਿਆ ਆ, ਉਹਦੇ ਨਾਲ ਆਮ ਇਨਸਾਨ ਨੂੰ ਕੀ ਨੁਕਸਾਨ ਹੋਏਗਾ, ਆਮ ਇਨਸਾਨ ਦੀ ਮੈਂਟਲ ਸਟੇਟ ਤੇ ਕੀ ਨੁਕਸਾਨ ਹੋਏਗਾ, ਉਹਦੇ ਬਾਰੇ ਜ਼ਰੂਰ ਥੋੜਾ ਚਾਨਣ ਪਾਓ ਦਰਸ਼ਕਾਂ ਵਾਸਤੇ ਕਿ ਜਿਹੜਾ 50 ਕਿਲੋਮੀਟਰ ਦਾ ਦਾਇਰਾ ਵਧਾਇਆ ਆ, ਲੋਕਾਂ ਨੂੰ ਕੀ ਨੁਕਸਾਨ ਹੋਣ ਵਾਲਾ ਉਹਦੇ ਨਾਲ। ਦੇਖੋ, ਇਹਨਾਂ ਦਾ ਕਿਹਾ ਹੈ ਕਿ ਡਰੱਗਸ ਤੇ ਹਥਿਆਰਾਂ ਤੇ ਉਹ ਕਾਰਵਾਈ ਕਰਨਗੇ। ਹੁਣ ਸਾਨੂੰ ਪਤਾ ਜਦ ਪੁਲਿਸ ਕਾਰਵਾਈ ਕਰਦੀ ਹੈ, ਇਹਦਾ 50 ਕਿਲੋਮੀਟਰ ਦੇ ਅੰਦਰ ਜਿਹੜੇ ਕਿ ਤਕਰੀਬਨ ਸਾਰਾ ਮਾਝਾ ਔਰ ਨਿਚਲਾ ਹਿੱਸਾ ਮਾਲਵੇ ਦਾ ਆ ਜਾਂਦਾ ਹੈ, ਉਹਦੇ ਵਿੱਚ ਕਿਤੇ ਵੀ ਇਹ ਆ ਕੇ ਰੇਡ ਮਾਰ ਸਕਦੇ ਹੈ BSF ਵਾਲੇ। ਔਰ ਜੇ ਕਹਿਣ ਨਹੀਂ ਜੀ ਸਾਡੇ ਕੋਲ ਇਨਫੋਰਮੇਸ਼ਨ ਹੈ, ਇਸ ਪਿੰਡ ਦੇ ਵਿੱਚ ਹਥਿਆਰ ਆਏ ਨੇ, ਤੁਸੀਂ ਉਹਦੇ ਘੇਰਾ ਪਾ ਲਓ, ਉੱਥੇ ਬੰਦਿਆਂ ਦੇ ਘਰਾਂ 'ਚ ਤੁਸੀਂ ਸਰਚ ਸ਼ੁਰੂ ਕਰ ਦਿਓ ਕਿ ਨਹੀਂ ਅਸੀਂ ਤਾਂ ਘਰ 'ਚ ਦੇਖਣਾ ਹੈ, ਇੱਥੇ ਹਥਿਆਰ ਆਏ ਨੇ। ਤੇ ਇਹ ਤਾਂ ਉਹੀ ਮਾਹੌਲ ਦੁਆਰਾ ਬਣਦਾ ਜਾਂਦਾ ਜਿਹੜਾ 1984-85 ਬਲੂ ਸਟਾਰ ਦੇ ਬਾਅਦ ਸੀਗਾ। ਤੇ ਇਹ ਤਾਂ ਕੋਈ ਸਿਆਣੀ ਗੱਲ ਨਹੀਂ ਕਿ ਦੁਬਾਰਾ ਤੋਂ ਤੁਸੀਂ ਉਹ ਜ਼ਖਮ ਜਿਹੜੇ ਪੁਰਾਣੇ ਨੇ
ਉਹ ਦੁਬਾਰਾ ਤੋਂ ਉਹਨਾਂ ਨੂੰ ਖੋਲੋ ਕਿ ਇਹ ਉਹੀ ਕੰਮ ਸ਼ੁਰੂ ਕਰੋ ਜਿਹੜਾ ਉਦੋਂ ਸੀਗਾ। ਔਰ ਅਫਸੋਸ ਦੀ ਗੱਲ ਇਹ ਹੈ ਕਿ ਕੈਪਟਨ ਸਿੰਘ ਵਰਗਾ ਬੰਦਾ ਜਿਹੜਾ ਉਦੋਂ ਰਿਜ਼ਾਈਨ ਕਰਕੇ ਆਇਆ ਹੈ ਕਿ ਮਿਲਟਰੀ ਨੇ ਪੰਜਾਬ ਦੇ ਵਿੱਚ ਕਿਉਂ ਦਖਲਅੰਦਾਜ਼ੀ ਕੀਤੀ, ਉਹ ਹੁਣ ਇਸ ਵੇਲੇ ਵਾਹਵਾ ਕਰ ਰਿਹਾ ਜੀ। ਬਿਲਕੁਲ ਸਿੰਘ ਸਾਹਿਬ, ਕੈਪਟਨ ਅਮਰਿੰਦਰ ਸਿੰਘ ਦੀ ਗੱਲ ਹੋਈ ਹਾਲ ਹੀ ਦੇ ਵਿੱਚ, ਤੁਸੀਂ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀਗਾ ਕਿ ਸਿੰਘ ਸਾਹਿਬ ਦੇ ਰਿਲੇਸ਼ਨ ਪਾਕਿਸਤਾਨ ਨਾਲ ਸਿੱਧੇ ਜੁੜਦੇ ਨੇ। ਜਿਹੜੀ ਉੱਥੇ ਦੀ ਇੱਕ ਜਰਨਲਿਸਟ ਹੈਗੀ ਆ ਜਿਹਨੂੰ ISI ਦਾ ਵੀ ਕਿਹਾ ਜਾਂਦਾ ਆ, ਉਹਦੇ ਬਾਰੇ ਤੁਸੀਂ ਸਵਾਲ ਵੀ ਚੁੱਕੇ ਸੀਗੇ, ਕਿਉਂਕਿ ਜਦ ਵੀ ਅਸੀਂ ਦੇਖਦੇ ਹਾਂ ਸਿੰਘ ਸਾਹਿਬ ਕੋਲ ਜਾਓ, ਕੈਪਟਨ ਅਮਰਿੰਦਰ ਸਿੰਘ ਜੀ ਕੋਲ ਜਦ ਅਸੀਂ ਜਾਂਦੇ ਹਾਂ ਤੇ ਉਹ ਸਿੱਧਾ ਇੱਕ ਸਵਾਲ ਖੜਾ ਕਰਦੇ ਨੇ ਕਿ ਨਵਜੋਤ ਸਿੰਘ ਸਿੱਧੂ ਦੇ ਸਿੱਧੇ ਰਿਸ਼ਤੇਦਾਰੀ ਪੈਂਦੀ ਹੈ ਪਾਕਿਸਤਾਨ ਦੇ ਨਾਲ। ਉੱਦਾਂ ਹੀ ਤੁਸੀਂ ਖੁਲਾਸਾ ਕੀਤਾ ਸੀਗਾ ਕਿ ਸਿੱਧੀ ਰਿਸ਼ਤੇਦਾਰੀ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਵੀ ਪੈਂਦੀ ਹੈ। ਕੀ ਰਿਸ਼ਤੇਦਾਰੀ ਹੈਗੀ ਹੈ, ਕਿਹੜੀ ਜਰਨਲਿਸਟ ਹੈਗੀ ਹੈ, ਉਹਦੇ ਬਾਰੇ ਵੀ ਜ਼ਰੂਰ ਦੱਸਿਆ ਜਾਵੇ, ਤੇ ਕਿਸ ਤਰੀਕੇ ਨਾਲ ਜਿਹੜੇ ਉਹਨਾਂ ਦੇ ਵੀਜ਼ਾ ਲੱਗ ਰਿਹਾ ਸੀਗਾ ਭਾਰਤ ਦਾ, ਉਹਦੇ ਬਾਰੇ ਵੀ ਦੱਸਿਆ ਜਾਵੇ। ਦੇਖੋ, ਮੈਂ ਦੁਹਰਾਉਣਾ ਨਹੀਂ ਚਾਹੁੰਦਾ ਕਿਉਂਕਿ ਇਸ ਵੇਲੇ ਹੋਰ ਅਹਿਮ ਮੁੱਦੇ ਨੇ। ਇਹ ਮੁੱਦੇ ਪਹਿਲਾਂ ਸੀ, ਇਹ ਨਿਕਲ ਗਏ। ਹੁਣ ਇਹ 50 ਕਿਲੋਮੀਟਰ ਵਾਲਾ ਜਿਹੜਾ ਅੰਦੋਲਨ ਦੇ ਨਾਲ ਜੋ ਕੁਝ ਦਿੱਲੀ ਹੋ ਰਿਹਾ, ਜੋ ਲਖੀਮਪੁਰ 'ਚ ਹੋਇਆ, ਤਾਂ ਇਸ ਕਰਕੇ ਆਪਾਂ ਉਹਦੇ 'ਤੇ ਹੀ ਰੱਖੀਏ। ਉਹ ਸਾਰਿਆਂ ਨੂੰ ਪਤਾ ਪੰਜਾਬ 'ਚ ਜੋ ਕੁਝ ਮੈਂ ਕਹਿ ਚੁੱਕਿਆ, ਲੋਕਾਂ ਨੂੰ ਪਹਿਲਾਂ ਹੀ ਪਤਾ ਹੈ। ਤੋ ਇਸ ਕਰਕੇ ਉਹਨੂੰ ਦੌਰਾਨ ਦਾ ਕੋਈ ਫਾਇਦਾ ਨਹੀਂ ਲੱਗਦਾ ਜਿਵੇਂ ਕਿਸੇ ਤਰੀਕੇ ਨਾਲ ਕੈਪਟਨ ਸਿੰਘ ਦੇ ਪਿੱਛੇ ਪਿਆ। ਉਹ ਨਹੀਂ ਹੈ, ਮੁੱਦਿਆਂ ਦੀ ਲੜਾਈ ਹੈ, ਮੁੱਦਿਆਂ ਦੀ ਗੱਲਬਾਤ ਹੈ। ਸੋ ਇਸ ਕਰਕੇ ਮੈਂ ਅੱਜ ਤਾਂ ਇਹਨਾਂ ਮੁੱਦਿਆਂ 'ਤੇ ਹੀ ਰਹੂੰਗਾ ਕਿ ਇਹ ਬਹੁਤ ਅਹਿਮ ਨੇ। ਬਿਲਕੁਲ ਸਿੰਘ ਸਾਹਿਬ, ਮੁੱਦੇ ਦੀ ਗੱਲ ਕਰ ਲੈਂਦੇ ਹਾਂ। ਲਖੀਮਪੁਰ ਖੇਰੀ ਦੀ ਗੱਲ ਕਰਦੇ ਹਾਂ, ਜਿੱਥੇ ਇੱਕ ਕੈਬਨਿਟ ਮਿਨਿਸਟਰ ਦੇ ਬੇਟੇ ਨੇ ਗੱਡੀ ਚੜਾਤੀ ਜਿਹੜੇ ਕਿਸਾਨ ਸੀਗੇ ਉਹਨਾਂ ਦੇ ਉੱਤੇ, ਤੇ ਉਸ ਤੋਂ ਬਾਅਦ ਵੀ ਉਹਦੇ ਉੱਤੇ ਵੀ ਸਿਆਸਤ ਖੇਡੀ ਜਾ ਰਹੀ ਸੀ। ਭਾਵੇਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰ ਲਈਏ, ਭਾਵੇਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ, ਵੱਡੀ ਸੰਖਿਆ ਦੇ ਵਿੱਚ ਉੱਥੇ ਗਏ। ਸਾਰੀ ਜਿਹੜੀ ਲੋਕਾਂ ਦੀ ਮੀਡੀਆ ਸੀਗੀ ਉਹਨੂੰ ਆਪਣੇ ਵੱਲ ਅਟਰੈਕਟ ਕੀਤਾ। ਲੋਕਾਂ ਨੂੰ ਜਿਹੜੀ ਸ਼ਹੀਦ ਹੋਏ ਪਰਿਵਾਰ, ਉਹਨਾਂ ਦੇ ਦੁੱਖ ਨਾਲ ਦੁਖੀ ਨਹੀਂ ਹੋਣ ਦਿੱਤਾ, ਲੇਕਿਨ ਆਪਣਾ ਜਿਹੜਾ ਇਕੱਠ ਲੈ ਕੇ ਜਾਣਾ ਸੀਗਾ ਉਹਨੂੰ ਜ਼ਰੂਰ ਅੱਗੇ ਲੈ ਕੇ ਆਏ। ਕਿਸ ਤਰੀਕੇ ਨਾਲ ਦੇਖਦੇ ਹੋ ਕਿ ਜਿਹੜੀ ਅੱਜ ਦੀ ਜਿਹੜੇ ਪੋਲਿਟਿਕਸ ਹੈਗੀ ਹੈ ਉਹ ਸਿਰਫ ਔਰ ਸਿਰਫ ਲੋਕਾਂ ਦੇ ਨਾਲ ਨਹੀਂ, ਆਪਣੇ ਮਤਲਬ ਦੇ ਨਾਲ ਖੜੀ ਹੈ? ਤੁਸੀਂ ਪਹਿਲਾਂ ਤਾਂ ਇਹ ਹੁੰਦਾ ਸੀਗਾ ਚਲੋ ਇੱਕ ਪਾਰਟੀ ਨੇ ਕੀਤਾ, ਦੂਜੀ ਪਾਰਟੀ ਨੇ ਕੀਤਾ। ਹੁਣ ਇੱਕ ਪਾਰਟੀ ਦੇ ਵਿੱਚ 3 ਧੜੇ ਬਣੇ ਹੋਏ ਆ, ਤਿੰਨੋਂ ਧੜੇ ਅਲੱਗ-ਅਲੱਗ ਪੋਲਿਟਿਕਸ ਕਰ ਰਹੇ ਆ ਕਾਂਗਰਸ ਦੇ ਅੰਦਰ। ਆਮ ਆਦਮੀ ਪਾਰਟੀ ਜਿਹੜੀ ਹੈ ਉਹ ਵਿਚਾਰ ਕਰਦੀ ਹੈ, ਪੰਜਾਬ ਦੀ ਇਲੈਕਸ਼ਨ ਵੀ ਲੜਨਾ ਚਾਹੁੰਦੀ ਹੈ, ਆਪਣੀ ਦਿੱਲੀ ਦੀ ਵੀ ਦੇਖਦੀ ਹੈ ਕਿ ਉੱਥੇ ਵੀ ਉਹਨਾਂ ਦਾ ਸੰਤੁਲਨ ਬਣਿਆ ਰਹੇ ਬੀਜੇਪੀ ਦੇ ਨਾਲ। ਤਾਂ ਇਸ ਕਰਕੇ ਸਾਰੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਕੁਝ ਧੁੰਦਲਾਪਣ ਹੈ ਉਹਨਾਂ ਦੇ ਉਹਦੇ 'ਚ। ਜਦ ਕਿ ਹੋਣਾ ਕੀ ਚਾਹੀਦਾ ਸੀ, ਲਖੀਮਪੁਰ ਦੇ ਬਾਅਦ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ ਔਰ ਪੁਰਾਣੇ ਸੀਨੀਅਰ ਨੇਤਾ ਨੂੰ ਇਕੱਠੇ ਹੋ ਕੇ, ਵੱਡੇ ਬਾਦਲ ਸਾਹਿਬ, ਕੈਪਟਨ ਸਾਹਿਬ, ਇਹ ਹੁਣ ਇਹਦੇ 'ਚ ਨਾ ਪੈਂਦੇ ਕਿ ਅਲੱਗ-ਅਲੱਗ ਤ੍ਰਿੜਾਂ ਇਹਦੇ 'ਚ ਵਧਾਈਏ। ਇਹ ਇਕੱਠੇ ਹੋ ਕੇ ਪ੍ਰਾਈਮ ਮਿਨਿਸਟਰ ਤੋਂ ਟਾਈਮ ਮੰਗਦੇ, ਪ੍ਰਾਈਮ ਮਿਨਿਸਟਰ ਨੂੰ ਜਾ ਕੇ ਕਹਿੰਦੇ ਕਿ ਜੀ ਦੇਖੋ ਆਹ ਠੀਕ ਨਹੀਂ ਹੋ ਰਿਹਾ, ਤਣਾਅ ਅਸੀਂ ਹਿੰਦੂ ਸਿੱਖ ਦਾ ਤਣਾਅ ਨਹੀਂ ਹੈ, ਇਹ ਕਿਸਾਨਾਂ ਦਾ ਅੰਦੋਲਨ ਸੀ। ਤੁਹਾਡੇ ਜਿਹੜੇ ਮਿਨਿਸਟਰ ਤੇ ਮਿਨਿਸਟਰ ਦਾ ਬੇਟਾ, ਇਹਨਾਂ ਨੇ ਇਹਦੇ ਜਾ ਕੇ ਲੋਕਾਂ ਨੂੰ ਚੱਕਿਆ, ਇਹਦੇ 'ਚ ਜਿਹੜੀਆਂ ਤਰੇੜਾਂ ਨੇ ਉਹਨਾਂ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਇਸ ਕਰਕੇ ਤੁਸੀਂ ਮਿਨਿਸਟਰ ਨੂੰ ਕੱਢ ਦਿਓ ਔਰ ਸਖਤ ਕਾਰਵਾਈ ਮੁੰਡੇ ਦੇ ਖਿਲਾਫ ਕਰੋ। ਉਹ ਕਹਿਣ ਦੀ ਜਗ੍ਹਾ ਇਹ ਸਾਰੇ ਜਾਣੇ ਇਹ ਦਿਖਾਉਣ ਨੂੰ ਭੱਜ ਗਏ ਕਿ ਸਾਰਿਆਂ ਤੋਂ ਜ਼ਿਆਦਾ ਮੈਂ ਅਫਸੋਸ ਕੀਤਾ, ਮੈਂ ਵਰਤ ਰੱਖਿਆ, ਦੂਜਾ ਬੰਦਾ ਕੁਝ ਹੋਰ ਕਹਿੰਦਾ ਹੈ, ਤੀਜਾ ਬੰਦਾ ਉੱਥੇ ਹੋਰ ਪਹੁੰਚ ਗਿਆ। ਤਾਂ ਇਹ ਫੋਟੋ ਓਪਰਚੁਨਿਟੀ ਇਹਨਾਂ ਨੇ ਬਣਾ ਲਈ। ਹਾਲਾਂਕਿ ਹੋਣਾ ਇਹ ਚਾਹੀਦਾ ਸੀ ਕਿ ਸਾਰੇ ਇਕੱਠੇ ਹੋ ਕੇ ਕਹਿੰਦੇ ਇਹਦੇ 'ਤੇ ਸਿਆਸਤ ਨਹੀਂ ਕਰਨੀ। ਔਰ ਜੇ ਉਹ ਕੀਤਾ ਹੁੰਦਾ, ਮੈਨੂੰ ਲੱਗਦਾ ਅੱਜ ਵਾਲਾ ਮੁੱਦਾ ਵੀ ਜਲਦੀ ਸੰਭਲ ਜਾਂਦਾ। ਜਿਹੜਾ ਇਹ ਹੈਗਾ ਨਿਹੰਗਾਂ ਵਾਲੇ ਮੁੱਦੇ 'ਤੇ ਵੀ ਸਾਰੇ ਇਕੱਠੇ ਹੋ ਕੇ ਕਹਿਣ ਜੀ SKM ਨੇ ਕਹਿ ਦਿੱਤਾ, ਇਹਦੇ 'ਚ ਫਿਰ ਗੱਲ ਕੀ ਹੈ ਕਿ ਉਹ ਕਹਿ ਰਿਹਾ ਕਾਰਵਾਈ ਕਰ ਲਓ, ਕਰ ਲੈ ਪੁਲਿਸ ਕਾਰਵਾਈ। ਉਹ ਰੋਕ ਥੋੜੀ ਰਹੀ ਹੈ ਨਿਹੰਗਾਂ ਦੇ ਖਿਲਾਫ, ਕਰਨ ਜਾ ਕੇ ਕਾਰਵਾਈ ਜਿਹੜੀ ਕਰਨੀ ਹੈ। ਪਰ ਉਹਨੂੰ ਉਹਨਾਂ ਨਾਲ ਕਿਉਂ ਜੋੜਦੇ ਆ? ਕਿਉਂਕਿ ਉਹ ਤਾਂ ਇਹਨਾਂ ਨੂੰ ਭੇਜ ਨਹੀਂ ਸਕਦੇ ਉੱਥੋਂ। ਤੁਹਾਨੂੰ ਪਤਾ ਹੈ ਨਿਹੰਗ ਕਿਸ ਦੇ ਕਿਹਾਂ ਥੋੜੀ ਜਾਂਦੇ ਆ। ਤੇ ਸਰ, ਇੱਥੇ ਅਗਰ ਅਸੀਂ ਗੱਲ ਕਰ ਲਈਏ, ਜਿਹੜੇ ਤੁਸੀਂ ਵੀ ਲਖੀਮਪੁਰ ਖੇਰੀ ਦੇ ਵਿੱਚ ਗਏ, ਤੁਸੀਂ ਉਹ ਪਰਿਵਾਰਾਂ ਦੇ ਨਾਲ ਵੀ ਮਿਲੇ ਜਿਨ੍ਹਾਂ ਦੇ ਜੀ ਸ਼ਹੀਦ ਹੋਏ ਸੀਗੇ ਉੱਥੇ। ਤੁਹਾਨੂੰ ਲੱਗਦਾ ਆ ਜਿਹੜੀ ਕੰਪਰੋਮਾਈਜ਼ ਹੋਇਆ ਆ, ਜਾਂ ਜਿੰਨੇ ਵੀ ਪੋਲੀਟੀਕਲ ਲੀਡਰਸ ਉੱਥੇ ਗਏ ਨੇ, ਜਿੰਨਾ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ, ਕੀ ਉਹ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਇਨਸਾਫ ਮਿਲਿਆ ਆ ਕਿਸੇ ਵੀ ਪੱਖੋਂ? ਉਹ ਤਾਂ ਜ਼ਾਹਿਰ ਹੀ ਹੈ। ਦੇਖੋ, ਤਕੈਤ ਸਾਹਿਬ ਨੇ ਕਰਾਇਆ ਸ਼ੁਰੂ 'ਚ, ਉਹ ਇੱਕ ਵੱਲੋਂ ਤਾਂ ਠੀਕ ਸੀਗਾ ਕਿਉਂਕਿ ਉਹਨਾਂ ਨੇ ਜਿਹੜਾ ਤਣਾਅ ਬਣਿਆ ਹੋਇਆ ਸੀ ਸਿੱਖ ਹਿੰਦੂ ਦਾ, ਉਹ ਘਟਾ ਦਿੱਤਾ। ਲੇਕਿਨ ਉਹਦੇ ਜਲਦਬਾਜ਼ੀ ਤਾਂ ਉਹਨਾਂ ਨੇ ਕੀਤੀ, ਕਿਉਂਕਿ ਇਹ ਕਹਿਣਾ ਕਿ ਜੀ ਹੋ ਗਿਆ ਫੈਸਲਾ, ਪੈਸੇ ਦਿਵਾਤੇ ਕਿਸਾਨਾਂ ਦੀਆਂ ਫੈਮਲੀਆਂ ਨੂੰ। ਉਹ ਪੈਸੇ ਕੀ ਕਰਨਗੇ ਉਹਨਾਂ ਦੇ? ਉਹ ਕਹਿੰਦੇ ਆ ਕਿ ਸਾਨੂੰ ਇਹਦੇ 'ਚ ਇਨਸਾਫ ਮਿਲਣਾ ਚਾਹੀਦਾ। ਇਹਨਾਂ ਨੂੰ ਕਹਿਣਾ ਚਾਹੀਦਾ ਸੀਗਾ ਕਿ ਇਹ ਫੈਸਲਾ ਅਸੀਂ ਕਰਾ ਰਹੇ ਹਾਂ, ਲੇਕਿਨ ਪਹਿਲਾਂ ਉਹਨੂੰ ਮੁੰਡੇ ਨੂੰ ਫੜੋ, ਪਹਿਲਾਂ ਉਹਦੇ ਪਿਓ ਨੂੰ ਕੱਢੋ ਮਿਨਿਸਟਰੀ 'ਚੋਂ। ਅੱਛਾ, ਹੁਣ ਇਹਨਾਂ ਨੇ ਬਣਾਇਆ ਪ੍ਰੋਗਰਾਮ, ਇਹਨਾਂ ਦਾ ਬਣਿਆ ਹੋਇਆ। ਅੱਜ ਵੀ ਕਹਿ ਰਹੇ ਸੀ ਕਿਸਾਨ 16 ਨੂੰ ਇਹਨਾਂ ਨੇ ਰੇਲ ਰੋਕੋ ਤੇ ਹੋਰ ਕੀਤਾ ਹੋਇਆ ਹੈ, ਔਰ 26 ਤਰੀਕ ਨੂੰ ਮੇਰੇ ਖਿਆਲ ਇਹ ਮੀਟਿੰਗ ਕਰ ਰਹੇ ਬਹੁਤ ਵੱਡੀ ਲਖਨਊ 'ਚ। ਸੋ ਇਸ ਕਰਕੇ ਜੋ ਮਰਜ਼ੀ ਆ ਹੋਈ ਜਾਵੇ, ਕਿਸਾਨਾਂ ਨੇ ਜਿਹੜਾ ਹੁਣ ਜ਼ੋਰ ਹੈ ਉਹ UP ਤੇ ਪਾਉਣਾ ਹੈ। ਬਿਲਕੁਲ।
ਸੋ ਉਹਨਾਂ ਨੂੰ ਪਤਾ ਹੈ ਕਿ ਇੱਥੇ ਜੇ ਦੱਬੋ ਤਾਂ ਇਹਦਾ ਅਸਰ ਬੀਜੇਪੀ ਤੇ ਪੈਂਦਾ ਹੈ। ਬਿਲਕੁਲ। ਤੋ ਉਹ ਹੁਣ ਪ੍ਰੈਸ਼ਰ ਸਾਰਾ ਉਧਰ ਜਾਊਗਾ। ਪਰ ਜਿਹੜੀ ਦੇਖਣ ਵਾਲੀ ਗੱਲ ਹੈ ਕਿ ਇਹੀਆਂ ਜਿਹੀਆਂ ਚੀਜ਼ਾਂ ਜਦ ਵਿੱਚ ਆ ਜਾਂਦੀਆਂ ਫਿਰ ਉਹਦੇ ਤੇ ਸ਼ੱਕ ਦਾ ਸਵਾਲ ਖੜਾ ਹੁੰਦਾ ਹੈ ਕਿ ਇਹਨੂੰ ਕੋਈ ਕਰਵਾ ਤਾਂ ਨਹੀਂ ਰਿਹਾ, ਕੋਈ ਸਾਜ਼ਿਸ਼ ਤਾਂ ਨਹੀਂ ਹੈ, ਜਾਂ ਇਹ ਆਪਣੇ ਆਪ ਹੀ ਹੋਈ ਜਾ ਰਿਹਾ ਹੈ। ਔਰ ਇਹ ਕੁਝ ਐਸੇ ਹਾਲਾਤ ਬਣੀ ਜਾ ਰਹੇ ਨੇ ਜਿਸ 'ਚ ਕਿਸਾਨ ਅੰਦੋਲਨ ਨੂੰ ਵੀ ਹੁਸ਼ਿਆਰ ਰਹਿਣਾ ਪਏਗਾ ਕਿ ਅੱਗੇ ਨੂੰ ਜਿਹੜੇ ਵੀ ਉਹ ਕਦਮ ਚੱਕਦੇ ਹੈ, ਪਹਿਲਾਂ 26 ਜਨਵਰੀ ਨੂੰ ਹੋਇਆ, ਹੁਣ ਆਹ ਹੋ ਗਿਆ ਮੁੱਦਾ, ਇਹ ਤਾਂ ਚਲੋ ਉਨਾ ਵੱਡਾ ਨਹੀਂ ਜਿਹੜਾ 26 ਜਨਵਰੀ ਵਾਲਾ, ਤਾਂ ਲਾਲ ਕਿਲੇ ਵਾਲਾ ਜ਼ਿਆਦਾ ਵੱਡਾ ਸੀ। ਪਰ ਦੇਖੋ ਉਸ ਅੰਦੋਲਨ ਦੇ ਬਾਅਦ ਵੀ ਇਹਨਾਂ ਨੇ ਉਹ ਬੰਦੇ ਲਾਂਭੇ ਕਰਤੇ, ਬਿਲਕੁਲ ਇੱਕ ਪਾਸੇ ਕਰਤੇ ਲਾਂਭੇ ਉਹ ਜਿਹੜੇ ਸੀਗੇ। ਤਾਂ ਹੁਣ ਮੈਨੂੰ ਲੱਗਦਾ ਇਹਦੇ 'ਚੋਂ ਸ਼ਾਇਦ ਇਹ ਨਿਕਲ ਆਵੇ ਕਿ ਇਹਨਾਂ ਤੇ ਪ੍ਰੈਸ਼ਰ ਪਏਗਾ ਨਿਹੰਗਾਂ ਤੇ ਕਿ ਤੁਸੀਂ ਇੱਥੋਂ ਚਲਾਣਾ ਕਰੋ। ਬਿਲਕੁਲ। ਤੁਸੀਂ ਆਪਣੇ ਸਿੰਘ ਸਾਹਿਬ ਇੱਕ ਹੋਰ ਚੀਜ਼ ਹੋ ਸਕਦੀ ਹੈ, ਜੇਕਰ ਅਸੀਂ ਗੱਲ ਕਰਦੇ ਹਾਂ ਸਿਆਸਤ ਇਸ ਵਕਤ ਬਹੁਤ ਪੱਖੀ ਹੋਈ ਹੈ ਤੇ ਕੁਝ ਵੀ ਕੀਤਾ ਜਾ ਸਕਦਾ ਆ। ਇੱਥੇ ਜਿਹੜੇ ਅੱਜ ਘਟਨਾ ਵਾਪਰੀ ਉਹਦੇ ਵਿੱਚ ਇਹ ਵੀ ਹੋ ਸਕਦਾ ਹੈ ਕੋਈ ਸਿਆਸੀ ਦੌਰ ਵੀ ਹੋ ਸਕਦਾ ਆ, ਕਿਉਂਕਿ ਬਹੁਤ ਸਾਰੇ ਨਾਮ ਵਿੱਚ ਸਾਹਮਣੇ ਵੀ ਆਏ। ਜਿਸ ਵਕਤ ਵੀਡੀਓ ਇੱਕ ਵਾਇਰਲ ਹੋ ਰਹੀ ਸੀਗੀ, ਸ਼੍ਰੋਮਣੀ ਅਕਾਲੀ ਦਲ ਦਾ ਨਾਮ ਵੀ ਸਾਹਮਣੇ ਆਇਆ ਕਿ ਬਾਦਲਾਂ ਦਾ ਵੀ ਕਰਵਾਇਆ ਹੋ ਸਕਦਾ ਇਹ। ਕੋਈ ਲੱਗਦਾ ਆ ਕਿ ਅਜਿਹੀ ਚੀਜ਼ ਵੀ ਇਹਦੇ ਵਿੱਚ ਬਹੁਤ ਵੱਡਾ ਇੱਕ ਫੈਕਟਰ ਹੋ ਸਕਦੀ ਹੈ ਜਿਹੜੀ ਘਟਨਾ ਅੱਜ ਵਾਪਰੀ ਹੈ? ਦੇਖੋ, SKM ਨੇ ਜਿਹੜਾ ਇਸੇ ਸਵਾਲ ਦਾ ਜਵਾਬ ਦਿੱਤਾ, ਮੈਂ ਸਮਝਦਾ ਬੜਾ ਸਿਆਣਾ ਜਵਾਬ ਸੀ। ਉਹ ਕਹਿੰਦੇ ਦੇਖੋ ਸਾਡੇ ਕੋਲ ਕੋਈ ਸਬੂਤ ਨਹੀਂ ਹੈ, ਇਸ ਗੱਲ ਤੇ ਕੁਝ ਕਹਿਣਾ ਇਹਨੂੰ ਹੋਰ ਜ਼ਿਆਦਾ ਭੜਕਾਉਣਾ ਹੋਊਗਾ। ਤੇ ਇਹ ਕੁਝ ਮੈਂ ਇਹਦੇ ਤੇ ਸਪੈਕੂਲੇਟ ਨਹੀਂ ਕਰਨਾ ਚਾਹੁੰਦਾ, ਕਿਉਂਕਿ ਜਦ ਤਾਈਂ ਪੁਲਿਸ ਇਨਵੈਸਟੀਗੇਸ਼ਨ ਨਹੀਂ ਕਰ ਰਹਿੰਦੀ, ਹੋਰ ਸਾਨੂੰ ਪਤਾ ਨਹੀਂ ਲੱਗਦਾ, ਕਿਸੇ ਵੱਲ ਵੀ ਉਂਗਲ ਉਠਾਉਣਾ ਸਹੀ ਨਹੀਂ ਹੋਊਗਾ। ਬਿਲਕੁਲ। ਤੇ ਮੈਂ ਇਹੀ ਕਹੂੰਗਾ ਕਿ ਸਾਰੇ ਲੋਕ ਸ਼ਾਂਤ ਰਹਿਣ। ਕਿਸਾਨਾਂ ਨੇ ਬੜੀ ਇਹਦੇ 'ਚ ਪਹਿਲ ਕੀਤੀ, ਜਿਹੜੀ ਮੀਟਿੰਗ ਕਰਕੇ ਇੱਕਦਮ ਸਾਹਮਣੇ ਆ ਕੇ ਪ੍ਰੈਸ ਨਾਲ ਗੱਲਬਾਤ ਕੀਤੀ ਹੈ, ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਨੇ। ਤਾਂ ਇਸ ਕਰਕੇ ਉਹ ਕਹਿ ਰਹੇ ਹੈ ਕਿ ਦੇਖੋ ਅਸੀਂ ਜ਼ਿੰਮੇਵਾਰ ਹਾਂ, ਅਸੀਂ ਆਪਣਾ ਅੰਦੋਲਨ ਠੀਕ ਚਲਾ ਰਹੇ ਹਾਂ। ਜੇ ਕੋਈ ਧੜਾ ਬਾਹਰੋਂ ਆ ਕੇ, ਜਿਵੇਂ ਅਗਲੀ ਵਾਰ ਵੀ ਹਾਈਜੈਕ ਹੋਇਆ ਸੀ ਨਾ 26 ਨੂੰ, ਉਹ ਇਹਨਾਂ ਦੀ ਗੱਲ ਥੋੜੀ ਮੰਨ ਰਹੇ ਸੀ ਜੇ ਜਾ ਕੇ ਲਾਲ ਕਿਲੇ ਤੇ ਚੜੇ ਹੈ। ਇਹ ਤਾਂ ਰਿੰਗ ਰੋਡ ਤੇ ਆਪਣੇ ਰੂਟ ਤੇ ਜਾ ਰਹੇ ਸੀਗੇ। ਤਾਂ ਇਹੋ ਜਿਹੇ ਬੰਦੇ ਹੋ ਸਕਦਾ ਕੋਈ ਉਹਨਾਂ ਨੂੰ ਚੱਕਦਾ ਹੋਵੇ, ਹੋ ਸਕਦਾ ਆਪੇ ਹੀ ਹੋਣ, ਇਹ ਵੀ ਨਹੀਂ ਪਤਾ ਲੱਗਦਾ। ਹੁਣੇ ਉਹ ਜਿਹੜਾ ਬੰਦਾ, ਇਹ ਜਿਹੜੇ ਨਿਹੰਗ ਕਹਿ ਰਹੇ ਹੈ ਕਿ ਇਹਨਾਂ ਕੋਲ 3-4 ਦਿਨ ਦਾ ਰਹਿੰਦਾ ਸੀ। ਜੇ ਇਹਨਾਂ ਦੇ ਏਰੀਏ 'ਚ ਰਹਿੰਦਾ ਸੀ ਜਿੱਥੇ ਨਿਹੰਗ ਨੇ, ਤਾਂ ਨਿਹੰਗੀ ਦੱਸਣ ਕਿ ਕਿਉਂ ਰੱਖਿਆ, ਫਿਰ ਦੱਸਣ ਕਿ ਐਵੇਂ ਚੱਕ ਕੇ ਉਹ ਗ੍ਰੰਥ ਸਾਹਿਬ ਕਿਵੇਂ ਭੱਜ ਗਏ ਇੰਨੀ ਜਲਦੀ। ਗ੍ਰੰਥ ਸਾਹਿਬ ਜੇ ਉੱਥੇ ਤੁਸੀਂ ਰੱਖੇ ਹੋਏ ਹੈ ਤਾਂ ਕੋਈ ਹਿਫਾਜ਼ਤ ਹੋਣੀ ਚਾਹੀਦੀ ਹੈ। ਇਹ ਤਾਂ ਨਹੀਂ ਹੈ ਕਿ ਉਹਨੂੰ ਐਵੇਂ ਕਿਸੇ ਟ੍ਰੇਲਰ 'ਚ ਰੱਖਿਆ ਹੋਇਆ ਸੀਗਾ। ਤਾਂ ਇਹ ਕਈ ਸਵਾਲ ਨੇ ਜਿਹੜੇ ਜਦ ਤਾਈਂ ਨਿਹੰਗ ਜਥੇਬੰਦੀ ਇਹਦਾ ਜਵਾਬ ਨਹੀਂ ਦਿੰਦੇ, ਜਿਹੜਾ ਕਿ ਪੁਲਿਸ ਦੀ ਇਨਕੁਆਇਰੀ ਦੇ ਬਾਅਦ ਪਤਾ ਲੱਗੇਗਾ, ਆਪਾਂ ਨੂੰ ਇਹਦੇ ਤੇ ਜ਼ਿਆਦਾ ਚਰਚਾ ਕਰਨ ਦਾ ਕੋਈ ਫਾਇਦਾ ਨਹੀਂ ਹੋਏਗਾ। ਬਿਲਕੁਲ। ਸਿੰਘ ਸਾਹਿਬ, ਤੁਹਾਡਾ ਆਪਣਾ ਤੁਸੀਂ ਇੱਕ ਉਪਰਾਲਾ ਸ਼ੁਰੂ ਕੀਤਾ, ਸਾਂਝਾ ਸੁਨਹਿਰਾ ਪੰਜਾਬ ਮੰਚ। ਉਹਦੇ ਹੇਠ ਤੁਸੀਂ ਬਹੁਤ ਸਾਰੀ ਥਾਵਾਂ ਤੇ ਗਏ। ਪਹਿਲੇ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਸੀਗੀ ਤੁਹਾਡੇ ਮੰਚ ਨੂੰ ਲੈ ਕੇ, ਤਦ ਉਹ ਸ਼ੁਰੂਆਤੀ ਦੌਰ ਸੀਗਾ। ਹੁਣ ਤੁਹਾਨੂੰ ਕੁਝ ਸਮਾਂ ਹੋ ਗਿਆ ਲੋਕਾਂ ਨਾਲ ਵਿਚਰਦੇ ਹੋਏ, ਲੋਕਾਂ ਦੇ ਵਿੱਚ ਜਾ ਕੇ ਤੁਸੀਂ ਲੋਕਾਂ ਦੀਆਂ ਗੱਲਾਂ ਸੁਣੀਆਂ। ਤੇ ਜੇਕਰ ਉਹਦੀ ਗੱਲ ਕਰ ਲਈਏ ਤੇ ਕੋਈ ਅਜਿਹਾ ਮੁੱਦਾ ਜਿਹੜਾ ਤੁਹਾਨੂੰ ਲੱਗਾ ਹੋਵੇ ਕਿ ਇਸ ਵਕਤ ਬਹੁਤ ਲੋੜ ਹੈ ਸਰਕਾਰਾਂ ਦੇ ਧਿਆਨ ਦੀ ਵੀ, ਤੇ ਲੋਕਾਂ ਨੂੰ ਇਸ ਬਾਰੇ ਜਾਣਨਾ ਚਾਹੀਦਾ ਹੈ, ਕਿਉਂਕਿ ਬਹੁਤ ਸਮਾਂ ਹੋ ਗਿਆ ਤੁਹਾਨੂੰ ਲੋਕਾਂ ਦੇ ਨਾਲ? ਦੇਖੋ, ਲੋਕ ਬਹੁਤ ਜ਼ਿਆਦਾ ਕਨਫਿਊਜ਼ਡ ਨੇ ਇਹਦੇ ਤੇ, ਮਤਲਬ ਕਿ ਉਹਨਾਂ ਦਾ ਮਨ ਖੜਿਆ ਨਹੀਂ ਕਿਸ ਗੱਲ ਤੇ। ਕਿਉਂਕਿ ਹੋ ਕੀ ਰਿਹਾ ਕਿ ਇੱਕ ਤਾਂ ਕਾਂਗਰਸ ਦੇ ਵਿੱਚ 4-5-7 ਦਿਨਾਂ ਬਾਅਦ ਕੋਈ ਨਾ ਕੋਈ ਨਵਾਂ ਡਰਾਮਾ ਹੋ ਜਾਂਦਾ ਹੈ। ਬਿਲਕੁਲ। ਕਦੇ CM ਸਾਹਿਬ ਨੂੰ ਕੱਟਤਾ, ਫਿਰ ਕੌਣ ਬਣੂਗਾ, ਫਿਰ ਇੱਕ ਬਣੂਗਾ, ਦੂਜਾ ਬਣੂਗਾ, ਫਿਰ ਬਣ ਗਿਆ, ਫਿਰ ਬਣਨ ਦੇ ਬਾਅਦ ਬਹੁਤ ਖੁਸ਼ੀ ਹੋਈ ਬਣ ਗਿਆ, ਫਿਰ ਉਹਦੇ ਬਾਅਦ ਜਿਹੜਾ ਨਹੀਂ ਬਣਿਆ ਉਹਨੇ ਫਿਰ ਲੱਤਾਂ ਖਿੱਚਣੀਆਂ ਸ਼ੁਰੂ ਕਰਤੀਆਂ। ਉਹਦੇ ਬਾਅਦ ਫਿਰ ਲਖੀਮਪੁਰ ਹੋ ਗਿਆ, ਫਿਰ ਇਹ ਅਲੱਗ-ਅਲੱਗ 4-5 ਜੱਥੇ ਉੱਥੇ, ਕੋਈ ਇੱਕ ਭੱਜ ਰਿਹਾ, ਕੋਈ ਦੂਜਾ ਭੱਜ ਰਿਹਾ, ਕੋਈ ਪੁੱਕੜ ਤਾਲ ਕਰ ਰਿਹਾ। ਸੋ ਇਹ ਜਿਹੜਾ ਨਾਟਕ ਜਿਹਾ ਹੋਈ ਜਾ ਰਿਹਾ ਰੋਜ਼ ਹੀ, ਉਹ ਲੋਕ ਹੋਰ ਜ਼ਿਆਦਾ ਕਨਫਿਊਜ਼ ਨੇ ਕਿ ਇਹਦੇ ਵੀ ਇਹ ਕਰੀ ਕੀ ਜਾਂਦੇ ਆ, ਇਹ ਕਿਸ ਬੰਦੇ ਤੇ ਅਸੀਂ ਇਤਬਾਰ ਕਰੀਏ। ਹੁਣ ਆ ਜਿਹੜਾ 50 ਕਿਲੋਮੀਟਰ ਵਾਲਾ ਹੋ ਗਿਆ, ਹੁਣ ਚੰਨੀ ਸਾਹਿਬ ਤੇ ਉਂਗਲ ਉੱਠ ਗਈ ਕਿ ਤੁਹਾਨੂੰ ਜਾ ਕੇ ਕਹਿਣ ਦੀ ਅਮਿਤ ਸ਼ਾਹ ਨੂੰ ਕੀ ਲੋੜ ਸੀ ਕਿ ਪੰਜਾਬ ਦੀ ਸੁਰੱਖਿਆ ਲਈ ਉਹ ਜੀ ਬਾਰਡਰ ਨੂੰ ਤਕੜਾ ਕਰੋ, ਤੁਸੀਂ ਆਪਣੇ ਹੱਥ ਆਪੇ ਕਟਵਾ ਲਏ, ਇਹ ਕਹਿ ਕੇ। ਇਹ ਤਾਂ ਕੈਪਟਨ ਸਾਹਿਬ ਕਹੀ ਜਾ ਰਹੇ ਸੀ। ਇਹਨਾਂ ਨੇ ਮੇਰੇ ਖਿਆਲ ਇਹ ਕੋਸ਼ਿਸ਼ ਕੀਤੀ ਕਿ ਮੈਂ ਕੈਪਟਨ ਸਾਹਿਬ ਤੋਂ ਮੂਹਰੇ ਹੋ ਜਾ, ਮੈਂ ਹੋਰ ਸੁਰੱਖਿਆ ਲਿਆ ਰਿਹਾ ਪੰਜਾਬ ਨੂੰ, ਤੁਸੀਂ ਆਹ ਗੱਲ ਉੱਥੇ ਕਰੋਗੇ। ਅਮਿਤ ਸ਼ਾਹ ਨੇ ਠੋਕੀ ਤੁਹਾਡੇ ਤੇ BSF। ਤਾਂ ਇਸ ਕਰਕੇ ਲੋਕ, ਮੈਨੂੰ ਲੱਗਦਾ ਲੋਕ ਦੇਖ ਰਹੇ ਨੇ, ਉਹ ਦੇਖ ਰਹੇ ਨੇ ਕਿ ਇਹਨਾਂ 'ਚੋਂ ਕੋਈ ਵੀ ਬੰਦਾ ਨਹੀਂ ਜਿਹਨੂੰ ਤੁਸੀਂ ਇਸ ਵੇਲੇ ਸਮਝ ਸਕੋ ਕਿ ਇਹ ਸਰਕਾਰ ਠੀਕ ਚਲਾਊਗਾ। ਕਿਉਂਕਿ ਜਾਂ ਤਾਂ ਉਹਦੀਆਂ ਟੰਗਾਂ ਖਿੱਚੀ ਜਾ ਰਹੇ ਕਾਂਗਰਸ ਵਾਲੇ, ਅਕਾਲੀ ਦਲ ਤਾਂ ਉਹਨਾਂ ਨੇ ਦੇਖਿਆ ਹੀ ਹੋਇਆ, ਉਹਨਾਂ ਦੇ ਨੇਤਾ ਜਿਹੜੇ ਅੱਗੇ ਆ ਰਹੇ, ਪ੍ਰਕਾਸ਼ ਸਿੰਘ ਬਾਦਲ ਤਾਂ ਅੱਗੇ ਆਉਂਦੇ ਨਹੀਂ, ਜਿਨ੍ਹਾਂ ਤੇ ਲੋਕੀ ਇਤਬਾਰ ਕਰਦੇ ਸੀ। ਦੋਨੋਂ ਇਲੈਕਸ਼ਨਾਂ, ਜਿਹੜੀ ਪਿਛਲੀਆਂ 2 ਇਲੈਕਸ਼ਨਾਂ
ਅਕਾਲੀ ਦਲ ਜਿੱਤਿਆ ਹੈ ਉਹ ਇਨ ਸ਼ਾਰਟ ਸਿੰਘ ਸਾਹਿਬ ਇਹ ਵੀ ਕਹਿ ਸਕਦੇ ਆ ਕਿ ਲੋਕਾਂ ਦਾ ਜਿਹੜੇ ਮੁੱਦਿਆਂ ਤੇ ਇਸ ਵਕਤ ਧਿਆਨ ਹੋਣਾ ਚਾਹੀਦਾ ਆ, ਭਾਵੇਂ ਉਹ ਕਿਸਾਨੀ ਅੰਦੋਲਨ ਹੋਵੇ, ਦੂਜਾ ਹੋ ਗਿਆ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਜਿਹੜੀ ਚੋਣਾਂ ਆ ਰਹੀਆਂ ਨੇ, ਲੋਕਾਂ ਦਾ ਇਹ ਦੋ ਮੁੱਦਿਆਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਆ ਵੱਖਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਰਕੇ ਲੋਕਾਂ ਨੂੰ ਮੈਨੀਪੂਲੇਟ ਕੀਤਾ ਜਾ ਰਿਹਾ। ਉਹ ਵੀ ਗੱਲ ਠੀਕ ਹੁੰਦੇ, ਕੋਈ ਕੇਜਰੀਵਾਲ ਸਾਹਿਬ ਆਏ ਉਹ ਅਫਸੋਸ ਕਰਨ ਆਏ, ਚਲੋ ਸਿੱਖਵਾਂ ਸਾਹਿਬ ਦਾ, ਲੇਕਿਨ ਕੀ ਉਦੋਂ ਕੀ ਪ੍ਰਚਾਰ ਕੀਤਾ, ਉਹੀ ਗੱਲਾਂ ਲੋਕਾਂ ਨੇ ਸਮਝਿਆ ਸ਼ਾਇਦ ਕੋਈ ਚਿਹਰਾ ਦੇਣ ਆਇਆ। ਹੁਣ ਦੱਸੋ, ਇਹ ਵੀ ਨਹੀਂ ਹੋਣਾ ਚਾਹੀਦਾ ਕਿ ਇੱਕ ਪਾਰਟੀ ਦੀ ਇੰਤਜ਼ਾਰ ਹੋਈ ਜਾਵੇ, ਉਹ ਚਿਹਰਾ ਲੱਭ ਰਹੀ ਹੈ ਉਹ ਚਿਹਰਾ ਅੰਦਰੋਂ ਨਿਕਲ ਚਾਹੀਦਾ ਪਾਰਟੀ ਦੇ। ਇਹ ਕੋਈ ਦੁਕਾਨ ਤੋਂ ਲੈ ਕੇ ਆਉਣਾ ਚਿਹਰਾ, ਐਵੇਂ ਚਰਚਾ ਉਹਦੇ ਤੇ ਵਧਾਈ ਜਾਓ, ਜਾਂ ਤੁਸੀਂ ਆਪਣਾ ਹੀ ਚਿਹਰਾ ਚਾਹੁੰਦੇ ਹੋ, ਕੋਈ ਚਾਹੁੰਦੇ ਨਹੀਂ ਬੰਦਾ। ਤਾਂ ਇਸ ਕਰਕੇ ਇਹ ਕੋਈ ਵੀ ਤਿੰਨੋਂ ਪਾਰਟੀਆਂ 'ਚ ਵੀ ਇਸ ਵੇਲੇ ਕੋਈ ਐਸੀ ਗੱਲ ਨਹੀਂ ਜਿੱਥੇ ਲੋਕ ਸਮਝਣ ਕਿ ਇਹਦੇ ਅੱਗੇ ਬੰਦੇ ਲੱਗੇ ਹੋਏ ਹੈ ਜਿਹੜੇ ਜੇ ਪੰਜਾਬ ਨੂੰ ਚਲਾਉਣਗੇ ਕਿਸੇ ਸਿੱਧੀ ਠੀਕ ਪਾਸੇ ਲਿਜਾ ਸਕਦੇ ਹੈ। ਇਹਨਾਂ ਕੋਲ ਤਜਰਬਾ ਹੈਗਾ, ਇਹਨਾਂ ਤੇ ਕੋਈ ਦਾਗ ਨਹੀਂ ਹੈਗਾ। ਤਾਂ ਇਸ ਕਰਕੇ ਲੋਕ ਸ਼ਸ਼ੋ ਪੰਚ ਨੇ, ਉਹ ਕਹਿੰਦੇ ਹੈ ਕਿ ਇਹਦਾ ਕੀ ਬਣੂਗਾ। ਤਾਂ ਇਸ ਕਰਕੇ ਉਸ ਮਾਹੌਲ ਦੇ ਵਿੱਚ ਅਸੀਂ ਆ ਜਿਹੜੇ ਜਿੰਨੇ ਫੰਕਸ਼ਨ ਕੀਤੇ ਹੈ, ਉਹ ਸਵਾਲ ਇਹ ਪੁੱਛਦੇ ਅੱਗੇ ਜੀ ਤੁਸੀਂ ਗੱਲਾਂ ਤਾਂ ਠੀਕ ਕਰ ਰਹੇ ਹੋ, ਲੇਕਿਨ ਜੇ ਤੁਸੀਂ ਅੱਗੇ ਨਹੀਂ ਵਧੋਗੇ ਤਾਂ ਫਿਰ ਇਹ ਜਿਹੜਾ ਵੈਕਿਊਮ ਇਸ ਵੇਲੇ ਹੋਇਆ ਹੈ, ਖਾਲੀਪਣ ਹੈ, ਇਹ ਕਿਵੇਂ ਭਰਿਆ ਜਾਏਗਾ। ਹੁਣ ਉਸ ਤੇ ਹੋਰ ਬੰਦਿਆਂ ਨਾਲ ਵੀ ਚਰਚਾ ਕਰ ਰਹੇ ਹਾਂ, ਤੇ ਸਾਰਿਆਂ ਤੋਂ ਜ਼ਿਆਦਾ ਤਾਂ ਇਹ ਹੈਗਾ ਕਿ ਕਿਸਾਨਾਂ ਦਾ ਕੀ ਰੁਖ ਹੈ। ਬਿਲਕੁਲ ਸਿੰਘ ਸਾਹਿਬ, ਇਹਦੇ ਉੱਤੇ ਹੀ ਗੱਲ ਕਰ ਲੈਂਦੇ ਆ। ਲੋਕਾਂ ਦਾ ਬਹੁਤ ਜ਼ਿਆਦਾ ਇਹ ਸਵਾਲ ਉੱਠਿਆ ਵੀ ਹੈਗਾ ਆ, ਤੁਹਾਡੇ ਤੋਂ ਵੀ ਪੁੱਛਿਆ ਲੋਕਾਂ ਨੇ ਕਿ ਜੇਕਰ ਤੁਸੀਂ ਸਿਆਸਤ ਦੇ ਮੋਹਰੇ ਨਹੀਂ ਆਉਂਗੇ, ਸਿਆਸਤ ਵਿੱਚ ਖੁਦ ਨਹੀਂ ਆਉਂਗੇ, ਤੇ ਇਹ ਗੰਦਗੀ ਨੂੰ ਸਾਫ਼ ਕਿੱਦਾਂ ਕੀਤਾ ਜਾਏਗਾ, ਕਿਉਂਕਿ ਹੁਣ ਲੋਕ ਤੁਹਾਡੇ ਨਾਲ ਜੁੜਨਾ ਸ਼ੁਰੂ ਹੋ ਗਏ। ਤੇ ਤੁਸੀਂ ਵੀ ਇਹ ਗੱਲ ਕਹੀ ਸੀ ਕਿ ਬਹੁਤ ਜਲਦ ਤੁਸੀਂ ਕਿਸੇ ਦੇ ਅੰਡਰ ਨਹੀਂ ਆਉਂਗੇ, ਕਿਸੇ ਪਾਰਟੀ ਨੂੰ ਜੁਆਇਨ ਨਹੀਂ ਕਰੋਗੇ, ਆਪਣੀ ਵੱਖਰੀ ਪਾਰਟੀ ਲੈ ਕੇ ਆਇਆ ਜਾਵੇਗਾ। ਉਸੇ ਦੌਰਾਨ ਤੁਹਾਨੂੰ ਆਮ ਆਦਮੀ ਪਾਰਟੀ ਨੇ ਵੀ ਅਪਰੋਚ ਕੀਤਾ ਸਿੱਖ ਚਿਹਰਾ ਬਣਾਉਣ ਵਾਸਤੇ, ਤੁਸੀਂ ਉਹਨਾਂ ਨੂੰ ਵੀ ਇਨਕਾਰ ਕੀਤਾ। ਹੁਣ ਆਪਣੀ ਪਾਰਟੀ ਲਿਆਉਣ ਦਾ ਕਦੋਂ ਤੱਕ ਲੋਕ ਤੁਹਾਡੀ ਆਪਣੀ ਪਾਰਟੀ ਦੇਖ ਸਕਦੇ ਨੇ? ਦੇਖੋ, ਆਮ ਆਦਮੀ ਪਾਰਟੀ ਨੇ ਮੈਨੂੰ ਅਪਰੋਚ ਨਹੀਂ ਕੀਤਾ, ਸਿਰਫ ਮੇਰਾ ਨਾਂ ਚਲਾਇਆ ਸੀ ਵਿੱਚੋਂ, ਪਰ ਮੈਂ ਕੇਜਰੀਵਾਲ ਸਾਹਿਬ ਨੂੰ ਜਾਣਦਾ, ਉਹ ਮੈਨੂੰ ਜਾਣਦੇ ਹੈ। ਤਾਂ ਇਸ ਕਰਕੇ ਮੇਰੀ ਕੋਈ ਉਹਨਾਂ ਨਾਲ ਗੱਲ ਨਹੀਂ ਹੋਈ, ਸ਼ਾਇਦ 2 ਸਾਲ ਪਹਿਲਾਂ ਹੋਈ ਹੋਣੀ ਪੁਰਾਣੀ ਗੱਲ। ਤਾਂ ਇਸ ਕਰਕੇ ਉਹਨਾਂ ਨੇ ਮੈਨੂੰ ਨਹੀਂ ਪੁੱਛਿਆ, ਉਹ ਸ਼ਾਇਦ ਜਾਣਦੇ ਨੇ ਕਿ ਮੈਂ ਨਹੀਂ ਆਊਂਗਾ, ਮੇਰਾ ਕੀ ਵਿਚਾਰ ਹੋਊਗਾ, ਉਹ ਸਮਝਦੇ ਨੇ ਇਸ ਗੱਲ ਨੂੰ। ਦੂਜੀ ਗੱਲ ਇਹ ਹੈ ਕਿ ਹਲੇ ਅਸੀਂ ਕੋਈ ਨਿਰਣੇ ਨਹੀਂ ਲਿਆ ਕਿ ਪਾਰਟੀ ਬਣਾਉਣੀ ਨਹੀਂ ਬਣਾਉਣੀ। ਕਿ ਸਾਰਿਆਂ ਤੋਂ ਪਹਿਲਾਂ ਤਾਂ ਦੇਖੋ, ਰਾਜੇਵਾਲ ਸਾਹਿਬ ਨਾਲ ਗੱਲ ਹੋਈ, ਅਸੀਂ 4-5 ਜਾਣੇ ਗਏ, ਕੋਈ 10-15 ਲਖੀਮਪੁਰ ਤੋਂ ਪਹਿਲਾਂ, ਤੇ ਅਸੀਂ ਉਹਨਾਂ ਨੂੰ ਕਿਹਾ ਜੀ ਦੇਖੋ, ਜੇ ਤੁਹਾਡਾ ਮੁੱਦੇ ਦਾ ਕੋਈ ਇਲਾਜ ਨਿਕਲ ਆਉਂਦਾ, ਸਰਕਾਰ ਤੁਹਾਨੂੰ ਸਭ ਕੁਝ ਦੇ ਦਿੰਦੀ ਹੈ ਜਿਹਦੇ ਪਿੱਛੇ ਅੰਦੋਲਨ ਚੱਲਿਆ, ਔਰ ਫਿਰ ਤੁਹਾਡੇ 'ਚੋਂ ਕੁਝ ਨਿਕਲ ਕੇ ਤੁਹਾਡੇ 'ਚ ਇਹ ਹੋ ਜਾਂਦਾ, ਚਲੋ ਕੁਝ ਬੰਦੇ ਨਹੀਂ ਪੋਲੀਟਿਕਸ 'ਚ ਜਾਣਾ ਚਾਹੁੰਦੇ, ਕੁਝ ਕਹਿੰਦੇ ਆ ਕਿ ਅਸੀਂ 2-3-4-5 ਜਥੇਬੰਦੀਆਂ ਇਕੱਠੇ ਹੋ ਕੇ ਅਸੀਂ ਇੱਕ ਪਾਰਟੀ ਬਣਾਉਣੇ ਆ। ਉਹ ਨਹੀਂ ਜਿਵੇਂ ਗੁਰਨਾਮ ਸਿੰਘ ਜੀ ਕਹਿ ਰਹੇ ਨੇ, ਮੈਂ ਪਾਰਟੀ ਨੂੰ ਮੈਂ ਨਹੀਂ ਜਾਣਾ ਪਰ ਮੈਂ ਪਾਰਟੀ ਖੜੀ ਕਰ ਰਿਹਾ, ਉਹ ਤਾਂ ਕੋਈ ਗੱਲ ਨਹੀਂ ਬਣੀ। ਤਾਂ ਇਸ ਕਰਕੇ ਜੇ ਉਹ ਹਾਲਾਤ ਹੁੰਦੀ ਹੈ, ਮੈਂ ਕਿਹਾ ਫਿਰ ਤਾਂ ਕਿਸੇ ਨੂੰ ਵੀ ਪਾਰਟੀ ਨਹੀਂ ਬਣਾਉਣੀ ਚਾਹੀਦੀ। ਜੇ ਤੁਸੀਂ ਜੰਗ ਜਿੱਤ ਕੇ ਆਉਂਦੇ ਹੋ, ਫਿਰ ਜਿਹੜਾ ਜੰਗ ਜਿੱਤ ਕੇ ਆਇਆ ਉਹਨੂੰ ਹੀ ਤਾਜ ਮਿਲੇਗਾ। ਫਿਰ ਤੁਸੀਂ ਆਪਣੇ ਦੱਸੋ ਕੌਣ ਹੈ ਤੁਹਾਡਾ ਬੰਦਾ ਜਿਹਦੇ ਸਿਰ ਤੇ ਤਾਜ ਲਗਾਵੇ ਪਬਲਿਕ। ਲੇਕਿਨ ਜੇ ਫੈਸਲਾ ਨਹੀਂ ਹੁੰਦਾ, ਮੈਨੂੰ ਉਦੋਂ ਵੀ ਲੱਗ ਰਿਹਾ ਸੀਗਾ ਕਿ ਇਹ ਜਿਹੜਾ ਸੋਚ ਰਹੇ ਨਵੰਬਰ ਤਾਈਂ ਫੈਸਲਾ ਹੋ ਜਾਏਗਾ, ਇਹ ਸੋਚ ਰਹੇ ਸੀ ਮੋਦੀ ਸਾਹਿਬ ਨੂੰ ਯੂਪੀ ਲਈ ਫੈਸਲਾ ਕਰਨਾ ਜ਼ਰੂਰੀ ਹੈ। ਇਹ ਮੋਦੀ ਸਾਹਿਬ ਨੂੰ ਸਮਝ ਨਹੀਂ ਸੀ ਰਹੇ। ਮੋਦੀ ਸਾਹਿਬ ਦਾ ਸੁਭਾਅ ਹੋਰ ਹੈ, ਉਹਨਾਂ ਨੇ ਹੋਰ ਟਾਈਟ ਕਰਤਾ ਕੰਮ। ਉਹ ਝੁਕਣਗੇ ਨਹੀਂ ਇਹਦੇ ਅੱਗੇ, ਇਹਨੂੰ ਹੋਰ ਟਾਈਟ ਕਰਨਗੇ। ਲਖੀਮਪੁਰ 'ਚ ਦੇਖੋ, ਉਹਨਾਂ ਦੇ ਮਿਨਿਸਟਰ ਨੇ ਐਵੇਂ ਜਾ ਕੇ ਚਾਬੀ ਐਵੇਂ ਉੱਥੇ ਬਿਆਨ ਦਿੱਤੇ। ਜੇ ਸਰਕਾਰ ਦੀ ਉਹਨੂੰ ਉੱਤੋਂ ਹੱਥ ਨਹੀਂ ਸੀ ਸਰਕਾਰ ਦਾ, ਤੇ ਫਿਰ ਸਰਕਾਰ ਕੱਢ ਕਿਉਂ ਨਹੀਂ ਦਿੰਦੀ ਉਹਨੂੰ ਰੱਖਿਆ ਕਿਉਂ ਹੋਇਆ? ਤਾਂ ਇਸ ਕਰਕੇ ਮੋਦੀ ਸਾਹਿਬ ਨੇ ਹੋਰ ਟਾਈਟ ਕਰ ਲਿਆ ਕੰਮ, ਇਹਦੇ 'ਚ ਹੋਰ ਸਖਤਾਈ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੈ। ਜੇ ਉਹ ਹੋਏਗੀ, ਇਹਦਾ ਮਤਲਬ ਅੰਦੋਲਨ ਤਾਂ ਫਿਰ ਹਲੇ ਖਤਮ ਨਹੀਂ ਹੋ ਸਕਦਾ। ਇਹਦੇ 'ਚ ਇਹੋ ਜਿਹੇ ਝਟਕੇ ਦੇਣ ਦੀ ਆਪੇ ਹੀ ਹੋਣਗੇ ਜਾਂ ਕੋਈ ਕੋਸ਼ਿਸ਼ ਕਰੇਗਾ, ਜਿਵੇਂ ਅੱਜ ਹੋਇਆ ਆਹ ਵਾਲਾ। ਲੇਕਿਨ ਅੰਦੋਲਨ ਤਕੜਾ ਹੈ। ਉਹਨਾਂ ਨੇ ਅੱਜ ਦਿਖਾ ਦਿੱਤਾ ਹੈ ਕਿ ਉਹਨਾਂ ਦੇ ਜਿਹੜੇ ਲੀਡਰ ਨੇ ਉਹ ਸਿਆਣੇ ਨੇ, ਉਹ ਇਕੱਠੇ ਹੋ ਕੇ ਜਲਦੀ ਫੈਸਲਾ ਲੈ ਲੈਂਦੇ ਹੈ। ਉਹਨਾਂ ਨੂੰ ਜਦ ਖਤਰਾ ਨਜ਼ਰ ਆਉਂਦਾ ਹੈ, ਉਦੋਂ ਇਹ ਇਕੱਠੇ ਹੋ ਕੇ ਉਹ ਇਹ ਵੀ ਕਹਿ ਦਿੰਦੇ ਨੇ ਕਿ ਅਸੀਂ ਕੋਈ ਨਹੀਂ ਗਏ ਤਾਂ ਕੀ ਹੋਇਆ, ਰੂਲ ਆਫ ਲਾਅ ਹੈ, ਇਹਨਾਂ ਤੇ ਵੀ ਉਹੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਬੰਦਿਆਂ ਨੇ ਮਾਰਿਆ। ਤਾਂ ਇਹ ਮੈਂ ਸਮਝਦਾ, ਦੇਖੋ ਕਿੱਡਾ ਵੱਡਾ ਇਹ ਕਦੇ ਹੋਰ ਪਾਰਟੀਆਂ ਕਰਦੀਆਂ ਜੇ ਉਹਨਾਂ ਦੇ ਬੰਦੇ ਉਹਨਾਂ ਦੇ ਥੱਲੇ ਬੰਦੇ ਮਾਰ ਦੇਣ। ਬੀਜੇਪੀ ਨੇ ਕੀਤਾ ਇਹਦੇ ਤੇ, ਇਹਨਾਂ ਦੇ ਪਾਰਟੀ ਦੇ ਮੁੰਡੇ ਨੇ ਲਖੀਮਪੁਰ ਕੀਤੀ ਹੈ, ਇਹਨਾਂ ਨੇ ਚਰਚਾ ਵੀ ਨਹੀਂ ਕੀਤੀ, ਪ੍ਰਧਾਨ ਮੰਤਰੀ ਸਾਹਮਣੇ ਨਾਂ ਵੀ ਨਹੀਂ ਲਿਆ, ਇਹ ਵੀ ਨਹੀਂ ਕਿਹਾ ਹੋਮ ਮਿਨਿਸਟਰ ਨੇ ਕਿ ਇਹਦੇ ਤੇ ਸਖਤ ਕਾਰਵਾਈ ਕਰਾਂਗੇ। ਇਹ ਦੋ ਤਰ੍ਹਾਂ ਦੀ ਪਾਲਿਸੀ ਕੀ ਹੋਈ ਕਿ ਅੰਦੋਲਨ ਵਾਲੇ ਤਾਂ ਇੰਜ ਚੱਲਣ ਜਿਵੇਂ ਇਹਨੂੰ ਬਿਲਕੁਲ ਜੀ ਰੂਲ ਆਫ ਲਾਅ ਹੈ, ਲੇਕਿਨ ਸਰਕਾਰ ਜਿਹੜੀ ਹੈ ਉਹ ਜੋ ਮਰਜ਼ੀ ਕਰੀ ਜਾਵੇ।
ਸਿੰਘ ਸਾਹਿਬ ਇੱਕ ਇਹਦੇ ਵਿੱਚ ਰਹਿ ਗਿਆ ਕਿ ਆਪਣੀ ਪਾਰਟੀ ਕਦੋਂ ਤੱਕ ਆ ਰਹੀ ਹੈ, ਇਹ ਸਵਾਲ ਦਾ ਜਵਾਬ ਰਹਿ ਗਿਆ। ਦੇਖੋ, ਮੈਂ ਤੁਹਾਨੂੰ ਜਿਵੇਂ ਕਿਹਾ ਹੈ ਕਿ ਅਸੀਂ ਸਾਰਿਆਂ ਤੋਂ ਪਹਿਲਾਂ ਤਾਂ ਕਿਸਾਨਾਂ ਵੱਲ ਦੇਖ ਰਹੇ ਹਾਂ ਜੀ ਕਿ ਉਹ ਕੁਝ ਬਣਾਉਣਗੇ ਕਿ ਨਹੀਂ ਬਣਾਉਣਗੇ। ਇਹ ਜੇ ਅਗਲੇ ਹਫਤੇ 10 ਦਿਨ 15 ਦਿਨ 'ਚ ਉਹਨਾਂ ਨੂੰ ਫੈਸਲਾ ਲੈਣਾ ਪਏਗਾ। ਉਹਦੇ ਮੁਤਾਬਕ ਫਿਰ ਅਸੀਂ ਆਪਣੀ ਸੋਚ ਕਰਾਂਗੇ। ਜੇ ਉਹ ਕੋਈ ਫੈਸਲਾ ਲੈ ਲੈਂਦੇ ਆ, ਉਹ ਇਕੱਠੇ ਹੋ ਕੇ ਬਣਾ ਲੈਂਦੇ ਆ, ਉਹਨਾਂ ਦੀ ਮਦਦ ਕਰਾਂਗੇ। ਜੇ ਚੰਗੀ ਲੀਡਰਸ਼ਿਪ ਅੱਗੇ ਆ ਜਾਂਦੀ ਹੈ, ਅਸੀਂ ਉਹਦੇ ਨਾਲ ਬਹਿਸ ਕਿਉਂ ਕਰੀਏ? ਅਸੀਂ ਤਾਂ ਚੰਗੀ ਲੀਡਰਸ਼ਿਪ ਚਾਹੁੰਦੇ ਹਾਂ। 2022 ਤੋਂ ਪਹਿਲਾਂ 2022 ਦੀਆਂ ਚੋਣਾਂ ਲੜਨ ਦੀ ਕੋਸ਼ਿਸ਼ ਕੀਤੀ ਜਾਏਗੀ, ਕਿਉਂਕਿ ਇਸ ਵਕਤ ਜੇਕਰ ਕੁਝ ਬਦਲਣਾ ਹੈਗਾ ਤੇ 2022 ਸਭ ਤੋਂ ਵੱਡਾ ਇੱਕ ਮੌਕਾ ਹੈਗਾ ਆ। ਦੋ ਹੀ ਤਰੀਕੇ ਹੋ ਸਕਦੇ ਆ, ਜਾਂ ਤਾਂ ਅਸੀਂ ਅੱਗੇ ਲੱਗ ਕੇ ਨਾਲ ਹੋਰਾਂ ਨੂੰ ਜੋੜ ਕੇ ਜੇ ਸਾਡੇ ਨਾਲ ਜੁੜਦੇ ਅਸੀਂ ਕਰੀਏ, ਜਾਂ ਕੋਈ ਚੰਗੀ ਸ਼ਕਤੀ ਉੱਭਰ ਕੇ ਆਉਂਦੀ ਹੈ ਨਵੀਂ, ਜਿਹੜਾ ਮੈਂ ਕਹਿ ਰਿਹਾ ਜੇ ਕਿਸਾਨ ਕੱਢ ਸਕਦੇ ਆ ਇਹੀ ਜੀ ਲੀਡਰਸ਼ਿਪ ਔਰ ਇਹੀ ਜੀ ਸ਼ਕਤੀ, ਫਿਰ ਸਾਨੂੰ ਉਹਦੀ ਮੁਖਾਲਫਤ ਨਹੀਂ ਕਰਨੀ ਚਾਹੀਦੀ, ਉਹਦੀ ਅਸੀਂ ਮਦਦ ਕਰਾਂਗੇ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਕੇਸੀ ਸਾਹਿਬ ਗੱਲ ਕਰਨ ਵਾਸਤੇ। ਧੰਨਵਾਦ। ਇਹ ਸਾਡੇ ਨਾਲ ਮੌਜੂਦ ਸੀਗੇ ਕੇਸੀ ਸਿੰਘ ਜੀ, ਜਿਨ੍ਹਾਂ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਤੇ ਦੱਸਿਆ ਕਿ ਜਿਹੜੀ ਲੋਕਾਂ ਨੂੰ ਉਮੀਦ ਹੈਗੀ ਹੈ ਇਸ ਵਕਤ ਕਿ ਆਪਣੀ ਪਾਰਟੀ ਉੱਭਰ ਕੇ ਆਵੇ। ਲੋਕ ਉਮੀਦ ਕਰ ਰਹੇ ਨੇ ਕਿ ਇੱਕ ਵੱਖਰੇ ਨਜ਼ਰੀਏ ਦੇ ਨਾਲ ਉਹ ਪਾਰਟੀ ਉੱਭਰ ਕੇ ਆਵੇ ਜਿਹੜੀ ਲੋਕਾਂ ਦੇ ਮੁੱਦੇ ਜਾਣਨਾ ਚਾਹੁੰਦੀ ਹੈ, ਲੋਕਾਂ ਦੇ ਮੁੱਦਿਆਂ ਨੂੰ ਸੁਣ ਕੇ ਉਹਦਾ ਹੱਲ ਕਰਨਾ ਚਾਹੁੰਦੀ ਹੈ। ਉਹਦੇ ਬਾਰੇ ਜ਼ਰੂਰ ਸੋਚ ਵਿਚਾਰ ਚੱਲ ਰਿਹਾ ਹੈਗਾ ਆ ਤੇ ਬਹੁਤ ਜਲਦ ਮੋਹਰੇ ਆਇਆ ਵੀ ਜਾ ਸਕਦਾ ਆ। ਲੇਕਿਨ ਇੱਥੇ ਇਹ ਵੀ ਗੱਲ ਕਹੀ ਗਈ, ਕਿਸਾਨ ਨੇ ਉਹ ਪਹਿਲਾਂ ਅੱਗੇ ਆਉਂਦੇ ਨੇ ਤੇ ਉਹਨਾਂ ਦਾ ਬਿਲਕੁਲ ਸਹਿਯੋਗ ਕੀਤਾ ਜਾਏਗਾ, ਉਹਨਾਂ ਦੇ ਨਾਲ ਖੜੇ ਰਿਹਾ ਜਾਏਗਾ ਤੇ ਸਭ ਤੋਂ ਪਹਿਲ ਜਿਹੜੀ ਹੈ ਉਹ ਕਿਸਾਨਾਂ ਨੂੰ ਦਿੱਤੀ ਜਾਏਗੀ। ਇਸੇ ਤਰੀਕੇ ਨਾਲ ਹੋਰ ਬਹੁਤ ਸਾਰੀ ਰਿਪੋਰਟਸ ਤੁਹਾਡੇ ਤੱਕ ਲੈ ਕੇ ਆਉਂਦੇ ਰਵਾਂਗੇ। ਤਦ ਤੱਕ ਲਈ ਮੈਨੂੰ ਅਨੂਜਾ ਸ਼ਰਮਾ ਨੂੰ ਦਿਓ ਇਜਾਜ਼ਤ। ਨਮਸਕਾਰ।